ਜਦੋਂ ਅਸੀਂ ਗਏ ਆ ਸਾਨੂੰ ਦੋਵੇਂ ਪਾਸਿਓਂ ਡਰ ਸੀ ਵੀ ਸਾਨੂੰ ਪੁਲਿਸ ਵੀ ਗੋਲੀ ਮਾਰ ਸਕਦੀ ਹੈ, ਸਾਨੂੰ ਖਾੜਕੂ ਸਰਕਾਰੀ ਔਰਤਾਂ ਸਮਝ ਕੇ ਉਹ ਵੀ ਗੋਲੀ ਮਾਰ ਸਕਦੀ ਹੈ। ਇਸੇ ਕਰਕੇ ਅਸੀਂ ਰਾਹਦਾਰੀ ਲੈ ਕੇ ਗਏ। ਔਰਤਾਂ ਦੀਆਂ ਚੁੰਨੀਆਂ ਉਹਨਾਂ ਦੇ ਸਹੁਰਿਆਂ ਦੇ ਸਾਹਮਣੇ ਖਿੱਚੀਆਂ ਗਈਆਂ, ਕੱਪੜੇ ਫਾੜੇ ਗਏ। ਥਾਣਿਆਂ ਦੇ ਵਿੱਚ ਅਲਫ ਨੰਗਾ ਕਰਕੇ ਸਹੁਰੇ ਨੂੰ ਕੁੜੀ ਦੇ ਕੋਲੇ ਖੜਾਇਆ ਗਿਆ ਜਾਂ ਨੂੰਹ ਦੇ ਕੋਲੇ ਖੜਾਇਆ ਗਿਆ, ਮਤਲਬ ਸਿਰਾ ਹੀ ਲਾਤਾ ਉਹਨਾਂ ਨੇ। ਅਨਮਨੁੱਖੀ। ਕਦੇ ਕਦੇ ਮੈਨੂੰ ਉਹ ਯਾਦ ਕਰਕੇ ਸਾਰਾ ਕੁਛ ਹੁਣ ਵੀ ਅੱਖਾਂ ਦੇ ਸਾਹਮਣੇ ਹੋਵੇ ਆ ਜਾਂਦਾ ਸਾਰਾ। ਉਦੋਂ ਜੇ ਗਵਰਨਰ ਰਾਜ ਲੱਗਿਆ ਹੋਇਆ ਸੀ ਤੇ ਇਹਦਾ ਮਤਲਬ ਕੇਂਦਰ ਸਰਕਾਰ ਦੀ ਜ਼ਿੰਮੇਵਾਰੀ ਸੀ ਉਸ ਨੂੰ ਰੋਕਣ ਦੀ, ਤਾਂ ਕੇਂਦਰ ਸਰਕਾਰ ਨੇ ਨਹੀਂ ਰੋਕਿਆ। ਤਾਂ ਰੋਕਿਆ ਕੀ ਨਹੀਂ, ਹੁਣ ਤਾਂ ਬਾਅਦ ਤਾਂ ਪਤਾ ਲੱਗ ਗਿਆ ਵੀ ਉਹਨਾਂ ਨੇ ਆਪ ਕਰਵਾਇਆ। ਜੁਝਾਰੂਆਂ ਵਿੱਚੋਂ ਜਿਨ੍ਹਾਂ ਨੇ ਕੀਤਾ ਉਹਨਾਂ ਨੂੰ ਤਾਂ ਉਹਨਾਂ ਨੇ ਮਾਰਤਾ ਜਾਂ ਉਹਨਾਂ ਨੇ ਜੇਲ੍ਹਾਂ 'ਚ ਪਾਤਾ, ਤਾਂ ਉਹਨਾਂ ਦਾ ਤਾਂ ਹਿਸਾਬ ਹੋ ਗਿਆ। ਜਿਹੜੇ ਬੱਸਾਂ 'ਚੋਂ ਕੱਢ ਕੇ ਕੈਟਾਂ ਨੇ ਮਾਰੇ ਉਹਦਾ ਹਿਸਾਬ ਕੌਣ ਦਊਗਾ? ਜੇ ਕੁੱਲ ਕਿਹਾ ਜਾਵੇ ਕਿ ਉਦੋਂ ਫਿਰ ਜਿਹੜਾ ਸਰਕਾਰ ਦਾ ਜਾਂ ਪੁਲਿਸ ਦਾ ਕਿਹੜੇ ਜਿਹੜੇ ਮੁੱਖ ਅਸੀਂ ਕਹਿ ਸਕਦੇ ਹਾਂ ਕਿ ਅਫਸਰ ਸੀ ਜਿਹੜੇ ਇੰਨੇ ਅਣਮਨੁੱਖੀ ਹੋ ਚੁੱਕੇ ਸੀ ਕਿ ਉਹਨਾਂ ਨੂੰ ਕੋਈ ਪਰਵਾਹ ਹੀ ਨਹੀਂ ਸੀ? ਸਭ ਤੋਂ ਜਿਹੜਾ ਬਦਨਾਮ ਨਾਂ ਸੀ ਉਹ ਗੋਬਿੰਦ ਰਾਮ ਦਾ ਸੀ, ਜਿਹਨੂੰ ਬਾਅਦ ਵਿੱਚ ਬੰਬ ਧਮਾਕੇ ਵਿੱਚ ਉਹਨਾਂ ਨੇ ਉਡਾਇਆ ਸੀ। ਤੇ ਬੇਅੰਤ ਸਿੰਘ ਦੀ ਸਰਕਾਰ ਵੇਲੇ ਹੋਇਆ ਤਾਂ ਬੇਅੰਤ ਸਿੰਘ ਨੂੰ ਵੀ ਉਡਾਇਆ ਗਿਆ ਸੀ। KPS ਗਿੱਲ ਨੂੰ ਵੀ ਉਡਾਉਣ ਦੀ ਸਕੀਮ ਸੀ ਉਹਨਾਂ ਦੀ, ਪਰ ਉਹ ਬਚ ਗਿਆ ਸੀ। ਜਨਰਲ ਵੈਦਿਆ ਨੇ ਅਟੈਕ ਕੀਤਾ ਸੀ, ਜਨਰਲ ਵੈਦਿਆ ਨੂੰ ਵੀ ਉਹਨੇ ਕੀਤਾ। ਇਹਦੇ ਵਿੱਚ ਮੈਂ ਤੁਹਾਨੂੰ ਇੱਕ ਤਾਂ ਹਰਮੰਦਰ ਸਾਹਿਬ ਦੇ ਹਮਲੇ ਤੋਂ ਪਹਿਲਾਂ ਦੱਸਦੀ ਹਾਂ ਵੀ ਕੀ ਤਬਦੀਲੀਆਂ ਆਈਆਂ ਸੀ। ਉਸ ਤੋਂ ਪਹਿਲਾਂ ਕੁਝ ਤਬਦੀਲੀਆਂ ਬੜੀਆਂ ਜਿਹੜੀਆਂ ਆਈਆਂ ਸੀ ਉਹ ਬੜੀਆਂ ਲੋਕ ਪੱਖੀ ਸੀ, ਜਿਹਦੇ ਵਿੱਚ ਇੱਕ ਪੈਰਲਲ ਗਵਰਨਮੈਂਟ ਚੱਲ ਰਹੀ ਸੀ ਸਰਕਾਰ ਦੇ ਮੁਕਾਬਲੇ, ਤੇ ਉਹਦੇ ਵਿੱਚ ਇੱਕ ਆਰਡਰ ਕੀਤੇ ਗਏ ਸੀਗੇ ਕਿ ਦਾਜ ਨਹੀਂ ਲਊਗਾ ਕੋਈ, ਤੇ ਜਿਹੜਾ ਔਰਤ ਨੂੰ ਨਹੀਂ ਵਸਾਊਗਾ ਜਾਂ ਉਹਨੂੰ ਘਰੇ ਤੰਗ ਕਰੂਗਾ ਉਹਦੇ ਨਾਲ ਵੀ ਅਸੀਂ ਗੱਲ ਕਰਾਂਗੇ। ਤਾਂ ਨਾਲ ਇਹ ਹੋਇਆ ਸੀਗਾ ਵੀ ਵਿਆਹਾਂ ਤੇ ਫਜ਼ੂਲ ਖਰਚੀ ਨਹੀਂ ਕਰਨੀ, ਤੇ 11 ਬੰਦਿਆਂ ਤੋਂ ਵੱਧ ਬਰਾਤ 'ਚ ਬੰਦੇ ਨਹੀਂ ਜਾਣਗੇ। ਤਾਂ ਇਹ ਆਰਡਰ ਸੀ ਜਿਹੜੇ, ਇਹ ਸਮਝ ਲਓ ਜਿਹੜੀ ਜੁਝਾਰੂਆਂ ਦੀ ਸਰਕਾਰ ਪੈਰਲਲ ਚੱਲ ਰਹੀ ਸੀ ਸਰਕਾਰ ਦੇ, ਉਹਦੇ ਵੱਲੋਂ ਲਾਗੂ ਹੋ ਗਏ ਸੀ। ਤਾਂ ਇੰਟਰਸਟਿੰਗ ਗੱਲ ਇਹ ਹੈ ਵੀ ਮਤਲਬ ਕੋਈ ਵੀ ਜਿਹੜੇ ਪਰਿਵਾਰਕ ਝਗੜੇ ਸੀਗੇ ਉਹਨਾਂ ਨੂੰ ਲੈ ਕੇ ਵੀ ਲੋਕ ਉੱਥੇ ਜਾਂਦੇ ਸੀ, ਸੰਤ ਪਿੰਡਰਾਲੇ। ਹਾਂ, ਉਹ ਇਹ ਨਹੀਂ ਵੀ ਉਹ ਇੱਕ ਬੰਦੇ ਦੀ ਗੱਲ ਸੁਣਦੇ ਸੀ, ਉਹ ਦੋਹਾਂ ਧਿਰਾਂ ਨੂੰ ਬੁਲਾਉਂਦੇ ਸੀ। ਪਰ ਉਹਨਾਂ ਦਾ ਡਰ ਇੰਨਾ ਸੀ ਵੀ ਦੂਸਰੀ ਧਿਰ ਪਹੁੰਚਦੀ ਸੀ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਲੋਕ ਆਵਾਜ਼ TV ਤੇ ਮੈਂ ਮਨਿੰਦਰਜੀਤ ਸਿੱਧੂ। ਜੂਨ ਦਾ ਮਹੀਨਾ ਚੱਲ ਰਿਹਾ, ਸਾਡੇ ਪੰਜਾਬ ਲਈ ਇਹ ਮਹੀਨਾ ਖਾਸ ਕਰਕੇ ਬੜਾ ਭਾਰੀ ਰਿਹਾ। ਜੂਨ 1984 ਦੇ ਵਿੱਚ ਦਰਬਾਰ ਸਾਹਿਬ ਉੱਪਰ ਹਮਲਾ ਹੋਇਆ, ਅਕਾਲ ਤਖਤ ਢਹਿ ਢੇਰੀ ਕਰ ਦਿੱਤਾ ਗਿਆ ਅਤੇ ਉਸ ਤੋਂ ਬਾਅਦ ਪੰਜਾਬ ਦੇ ਹਾਲਾਤ ਹੈ ਜਿਹੜੇ ਉਹ ਲਗਾਤਾਰ ਵਿਗੜਦੇ ਆਏ। ਪੁਲਿਸ ਵੱਲੋਂ ਤਸ਼ੱਦਦ ਕੀਤੇ ਗਏ ਸਿੱਖ ਔਰਤਾਂ ਉੱਪਰ ਉਹਨਾਂ ਦੀ ਕਹਾਣੀ ਬਹੁਤ ਘੱਟ ਉਜਾਗਰ ਹੁੰਦੀ ਹੈ। ਵੈਸੇ ਬਹੁਤ ਲੋਕਾਂ ਨੂੰ ਪਤਾ ਹੈ, ਪਰ ਜਿਹੜੀ ਅਸਲ ਲੋਕਾਂ ਨੇ ਜੋ ਉਸ ਸਮੇਂ ਮੁੱਦੇ ਉਠਾਏ, ਜਿਨ੍ਹਾਂ ਨੇ ਇੱਕ ਪੱਤਰਕਾਰ, ਛੋਟੇ ਪੱਤਰਕਾਰ ਬਣ ਕੇ ਉਹ ਔਰਤਾਂ ਦੀਆਂ ਕਹਾਣੀਆਂ ਛਾਪੀਆਂ, ਸੋਸ਼ਲ ਮੀਡੀਆ ਦਾ ਜ਼ਮਾਨਾ ਨਾ ਹੋਣ ਦੇ ਬਾਵਜੂਦ ਵੀ ਲੋਕਾਂ ਤੱਕ ਗੱਲ ਪਹੁੰਚਾਈ, ਉਹਨਾਂ ਵਿੱਚੋਂ ਇੱਕ ਡਾਕਟਰ ਜੀਵਨਜੋਤ ਕੌਰ ਆਈ ਸਾਡੇ ਨਾਲ ਨੇ। ਉਹਨਾਂ ਨਾਲ ਗੱਲਬਾਤ ਕਰਦੇ ਹਾਂ ਉਸ ਸਮੇਂ ਦੇ ਹਾਲਾਤਾਂ ਤੇ ਕੀ ਕੁਝ ਵਾਪਰਿਆ, ਕਿਵੇਂ ਦੀਆਂ ਘਟਨਾਵਾਂ ਹੋਈਆਂ। ਮੈਡਮ, ਸਵਾਗਤ ਹੈ ਤੁਹਾਡਾ ਲੋਕ ਆਵਾਜ਼ TV। ਸਤਿ ਸ਼੍ਰੀ ਅਕਾਲ ਜੀ, ਮੇਰੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਅਤੇ ਲੋਕ ਆਵਾਜ਼ ਚੈਨਲ ਦਾ ਧੰਨਵਾਦ। ਸਭ ਤੋਂ ਪਹਿਲਾਂ ਆਪਾਂ ਸਵਾਲ ਕਰਦੇ ਹਾਂ ਜੀ, ਤੁਸੀਂ ਉਹ ਸਮਾਂ ਅੱਖੀਂ ਵੇਖਿਆ, ਕੀ ਹਾਲਾਤ ਸੀ ਔਰਤਾਂ ਦੇ ਉੱਪਰ, ਕਿਸ ਤਰ੍ਹਾਂ ਦਾ ਜੁਰਮ ਹੁੰਦਾ ਸੀ? ਤੁਸੀਂ ਸਾਰਿਆਂ ਨੂੰ ਆਵਾਜ਼ ਦੇ ਰਹੇ ਹੋ, ਪੁਲਿਸ ਕੀ ਤਸ਼ੱਦਦ ਕਰਦੀ ਸੀ ਸਿੱਖ ਔਰਤਾਂ ਉੱਪਰ? ਇਹਦੇ ਵਿੱਚ ਮੈਂ ਤੁਹਾਨੂੰ ਇੱਕ ਤਾਂ ਹਰਮੰਦਰ ਸਾਹਿਬ ਦੇ ਹਮਲੇ ਤੋਂ ਪਹਿਲਾਂ ਦੱਸਦੀ ਹਾਂ ਵੀ ਕੀ ਤਬਦੀਲੀਆਂ ਆਈਆਂ ਸੀ। ਠੀਕ ਹੈ ਜੀ। ਉਸ ਤੋਂ ਪਹਿਲਾਂ ਕੁਝ ਤਬਦੀਲੀਆਂ ਬੜੀਆਂ ਜਿਹੜੀਆਂ ਆਈਆਂ ਸੀ ਉਹ ਬੜੀਆਂ ਲੋਕ ਪੱਖੀ ਸੀ, ਜਿਹਦੇ ਵਿੱਚ ਇੱਕ ਪੈਰਲਲ ਗਵਰਨਮੈਂਟ ਚੱਲ ਰਹੀ ਸੀ ਸਰਕਾਰ ਦੇ ਮੁਕਾਬਲੇ, ਤੇ ਉਹਦੇ ਵਿੱਚ ਇੱਕ ਆਰਡਰ ਕੀਤੇ ਗਏ ਸੀਗੇ ਕਿ ਦਾਜ ਨਹੀਂ ਲਊਗਾ ਕੋਈ। ਅੱਛਾ ਜੀ। ਤੇ ਜਿਹੜਾ ਕਿ ਮਤਲਬ ਦਾਜ ਕਰਕੇ ਕਿਸੇ ਔਰਤ ਨੂੰ ਤੰਗ ਕਰੂਗਾ ਹੈ ਵੀ ਉਹਦੇ ਨਾਲ ਅਸੀਂ ਆ ਕੇ ਗੱਲ ਕਰਾਂਗੇ, ਤੇ ਜਿਹੜਾ ਔਰਤ ਨੂੰ ਨਹੀਂ ਵਸਾਊਗਾ ਜਾਂ ਉਹਨੂੰ ਘਰੇ ਤੰਗ ਕਰੂਗਾ ਉਹਦੇ ਨਾਲ ਵੀ ਅਸੀਂ ਗੱਲ ਕਰਾਂਗੇ।
ਤਾਂ ਨਾਲ ਇਹ ਹੋਇਆ ਸੀਗਾ ਵੀ ਵਿਆਹਾਂ ਤੇ ਫਜ਼ੂਲ ਖਰਚੀ ਨਹੀਂ ਕਰਨੀ ਤੇ 11 ਬੰਦਿਆਂ ਤੋਂ ਵੱਧ ਬਰਾਤ 'ਚ ਬੰਦੇ ਨਹੀਂ ਜਾਣਗੇ। ਤਾਂ ਇਹ ਆਰਡਰ ਸੀ ਜਿਹੜੇ, ਇਹ ਸਮਝ ਲਓ ਵੀ ਜਿਹੜੀ ਜੁਝਾਰੂਆਂ ਦੀ ਸਰਕਾਰ ਪੈਰਲਲ ਚੱਲ ਰਹੀ ਸੀ ਸਰਕਾਰ ਦੇ, ਉਹਦੇ ਵੱਲੋਂ ਲਾਗੂ ਹੋ ਗਏ ਸੀ। ਠੀਕ ਹੈ। ਤੇ ਇਹਦੇ 'ਚ ਇੰਟਰਸਟਿੰਗ ਗੱਲ ਇਹ ਹੈ ਵੀ ਮਤਲਬ ਕੋਈ ਵੀ ਜਿਹੜੇ ਪਰਿਵਾਰਕ ਝਗੜੇ ਸੀਗੇ ਹਾਂਜੀ, ਉਹਨਾਂ ਨੂੰ ਲੈ ਕੇ ਵੀ ਲੋਕ ਉੱਥੇ ਜਾਂਦੇ ਸੀ, ਉਹਨਾਂ ਕੋਲ ਸੰਤ ਭਿੰਡਰਾਂ ਕੋਲ। ਹਾਂ, ਤੇ ਉਹ ਇਹ ਨਹੀਂ ਵੀ ਉਹ ਇੱਕ ਬੰਦੇ ਦੀ ਗੱਲ ਸੁਣਦੇ ਸੀ, ਉਹ ਦੋਹਾਂ ਧਿਰਾਂ ਨੂੰ ਬੁਲਾਉਂਦੇ ਸੀ। ਠੀਕ ਹੈ। ਪਰ ਉਹਨਾਂ ਦਾ ਡਰ ਇੰਨਾ ਸੀ ਵੀ ਦੂਸਰੀ ਧਿਰ ਪਹੁੰਚਦੀ ਸੀ। ਹਾਂ, ਤੇ ਜਦੋਂ ਉੱਥੇ ਸਮਝਾਉਂਦੇ ਸੀ ਤੇ ਕਹਿੰਦੇ ਸੀ ਵੀ ਆਹ ਗੱਲ ਆਏ ਆ ਵੀ ਐਂ ਕਰੋ, ਤੇ ਉਹ ਮੰਨ ਲੈਂਦੇ ਸੀ। ਹਾਂਜੀ, ਤੇ ਉਹ ਸਮਝੌਤੇ ਕਰਾ ਕੇ ਭੇਜ ਦਿੰਦੇ ਸੀ। ਤੇ ਉਹਦੇ ਵਿੱਚ ਹਿੰਦੂ ਪਰਿਵਾਰ ਵੀ ਸੀ ਜਿਹੜੇ ਜਾਂਦੇ ਸੀ। ਹਾਂ, ਤੇ ਮੈਨੂੰ ਇਹ ਸਮਝ ਆਈ ਉਸ ਵੇਲਿਆਂ ਵਿੱਚ, ਮਤਲਬ ਅਜੇ ਮੈਂ ਨਵੀਂ ਸੀ, ਯਾਨੀ 80 ਵਿੱਚ ਮੈਂ ਪੰਜਾਬ 'ਚ ਆਈ ਸੀ ਆਪਦੀ ਪੜ੍ਹਾਈ ਪੂਰੀ ਕਰਕੇ। ਠੀਕ ਹੈ ਜੀ। ਤੇ ਅਜੇ ਕੋਈ ਬਾਹਲਾ ਤਜਰਬਾ ਨਹੀਂ ਸੀ ਇੱਥੋਂ ਦਾ, ਪਰ 82 ਦੇ ਵਿੱਚ ਦੇ ਕਰੀਬ ਜਾਂ ਕੋਈ 83 ਦੇ ਸ਼ੁਰੂ ਵਿੱਚ ਸ਼ਾਇਦ, ਹਾਂਜੀ, ਮੈਨੂੰ ਲੱਗਦਾ 83 ਸੀ, ਮਾਰਚ ਅਪ੍ਰੈਲ ਦੇ ਨੇੜੇ ਤੇੜੇ ਸੰਤ ਭਿੰਡਰਾਂ ਵਾਲੇ ਫਰੀਦਕੋਟ ਆਏ ਸੀ। ਅੱਛਾ ਜੀ। ਤੇ ਉਹ ਇੱਥੇ ਦਾਣਾ ਮੰਡੀ ਦੇ ਵਿੱਚ ਆਏ। ਠੀਕ ਹੈ ਜੀ। ਤੇ ਮੈਂ ਆਪਦਾ ਪ੍ਰਿਆ ਸਕੂਟਰ ਹੁੰਦਾ ਸੀ ਮੇਰੇ ਕੋਲ, ਮੈਂ ਉਹ ਲੈ ਕੇ ਉਦੋਂ ਆ ਰਹੀ ਸੀ ਤੇ ਹੁੱਕੀ ਵਾਲਾ ਚੌਕ ਵਿੱਚ ਮਤਲਬ ਇਕੱਠ ਜਿਹਾ ਸੀ ਤੇ ਉੱਥੇ ਮੈਂ ਰੁਕ ਗਈ। ਠੀਕ ਹੈ ਜੀ। ਤਾਂ ਉੱਥੇ ਪੁਲਿਸ ਵਾਲਿਆਂ ਨੇ ਸਾਨੂੰ ਰੋਕਿਆ ਤੇ ਮੈਂ ਸਕੂਟਰ ਸਾਈਡ ਤੇ ਲਗਾਤਾ। ਹਾਂਜੀ। ਤਾਂ 25 ਨੌਜਵਾਨਾਂ ਜਿਨ੍ਹਾਂ ਦੇ ਹੱਥ ਵਿੱਚ ਨੰਗੀਆਂ ਤਲਵਾਰਾਂ ਫੜੀਆਂ ਹੋਈਆਂ ਸੀ, ਉਹਨਾਂ ਦੇ ਨਾਲ ਸੰਤ ਭਿੰਡਰਾਂ ਵਾਲਾ ਇੱਧਰ ਆਏ ਆਪਣੀ ਪੁਰਾਣੀ ਦਾਣਾ ਮੰਡੀ ਵਿੱਚ। ਠੀਕ ਹੈ ਜੀ। ਤਾਂ ਮੈਂ ਵੀ ਉੱਥੇ ਰੋਕ ਕੇ ਸਕੂਟਰ ਤੇ ਉਹਨਾਂ ਨੂੰ ਸੁਣਨ ਲਈ ਚਲੀ ਗਈ। ਹਾਂਜੀ। ਤੇ ਉੱਥੇ ਮੈਨੂੰ ਆਨੰਦਪੁਰ ਦੇ ਮਤੇ ਬਾਰੇ ਮੈਨੂੰ ਪਤਾ ਲੱਗਿਆ। ਠੀਕ ਹੈ ਜੀ। ਤੇ ਮੈਨੂੰ ਉਹ ਗੱਲ ਠੀਕ ਲੱਗੀ ਉਹਨਾਂ ਦੀ। ਠੀਕ ਹੈ। ਪਰ ਜਿਹੜਾ ਉਹਨਾਂ ਦਾ ਗੱਲ ਦਾ ਕਰਨ ਦਾ ਸਟਾਈਲ ਸੀ, ਹਾਂਜੀ, ਉਹ ਇਹ ਸੀਗਾ ਵੀ ਜੇ ਇੱਥੇ ਇੰਡਸਟਰੀ ਨਹੀਂ ਆ ਰਹੀ ਹਾਂਜੀ, ਤਾਂ ਉਹ ਇਹ ਵਿਤਕਰਾ ਸਾਡੇ ਨਾਲ ਤਾਂ ਕਰ ਰਹੇ ਆ ਵੀ ਅਸੀਂ ਇੱਥੇ ਸਿੱਖ ਹੈਗੇ ਆ। ਠੀਕ ਹੈ। ਤਾਂ ਉਹ ਮੈਨੂੰ ਥੋੜਾ ਜਿਹਾ ਘੱਟ ਜਿਹਾ ਸੀ ਉਦੋਂ। ਠੀਕ ਹੈ ਜੀ। ਬਈ ਇਹ ਮਤਲਬ ਵੀ ਇਹ ਵਿਤਕਰਾ ਬਾਅਦ ਵਿੱਚ ਸਮਝ ਆਈ ਵੀ ਇਹ ਸਾਰਿਆਂ ਥਾਵਾਂ ਤੇ ਹੀ ਹੈਗਾ। ਹਾਂਜੀ। ਪਰ ਇੱਕ ਗੱਲ ਇਹ ਸਮਝ ਆ ਗਈ ਵੀ ਅਸਾਮੀ ਹੈਗੀ ਆ। ਹਾਂਜੀ। ਅਸਾਮੀ ਡਿਵੈਲਪਮੈਂਟ ਹੈ। ਤੇ ਇਹ ਠੀਕ ਹੈ ਗੱਲ ਵੀ ਉਹਨਾਂ ਨੇ ਸਾਨੂੰ ਇੰਡਸਟਰੀ ਨਹੀਂ ਦਿੱਤੀ। ਤੇ ਹੋ ਸਕਦਾ ਹੈ ਇਹ ਕਾਰਨ ਸਹੀ ਹੋਵੇ ਉਹਨਾਂ ਦਾ ਉਦੋਂ ਸੋਚਣਾ ਵੀ ਇੱਥੇ ਸਿੱਖ ਬਹੁ ਗਿਣਤੀ ਹੋਣ ਕਰਕੇ ਉਹ ਨਹੀਂ ਸੀ ਚਾਹੁੰਦੇ ਵੀ ਇੱਥੋਂ ਇਹ ਖਿੱਤਾ ਮਜ਼ਬੂਤ ਹੋਵੇ। ਤਾਂ ਉਹ ਉਸ ਤੋਂ ਬਾਅਦ ਮੈਂ ਫਿਰ ਜਦੋਂ ਸਾਰਾ ਸੁਣ ਕੇ ਆਈ ਤੇ ਉਦੋਂ ਸਾਡੇ ਨਾਲ ਕੁਝ ਬੰਦੇ ਕੰਮ ਕਰਦੇ ਸੀ। ਠੀਕ ਹੈ ਜੀ। ਤੇ ਉਹ ਮੇਰੇ ਕੋਲ ਮਿਲਣ ਆਏ ਹੋਏ ਸੀ ਘਰ। ਠੀਕ ਹੈ ਜੀ। ਤੇ ਉਹਨੇ ਕਹਿੰਦੇ ਵੀ ਕਿੱਥੋਂ ਆਈ ਹੈ, ਤੇ ਮੈਂ ਦੱਸਿਆ ਵੀ ਮੈਂ ਉਹਨਾਂ ਦਾ ਲੈਕਚਰ ਸੁਣ ਕੇ ਆਈ ਹਾਂ। ਤੇ ਮੈਂ ਕਿਹਾ ਵੀ ਤੁਸੀਂ ਆ ਜਿਹੜੀਆਂ ਗੱਲਾਂ ਕਰਦੇ ਹੋ ਇਹਨਾਂ ਗੱਲਾਂ ਨਾਲੋਂ ਤਾਂ ਉਹ ਗੱਲਾਂ ਬੜੀਆਂ ਸਟਰੋਂਗ ਹੈ। ਤੇ ਮੈਂ ਹੱਸ ਕੇ ਉਹਨਾਂ ਨੂੰ ਕਹਿਤਾ ਸੀ ਵੀ ਸਾਰੀ ਉਮਰ ਗਵਾਲੀ ਨਹੀਂ ਜਿੰਦੜੀਏ ਤੂੰ ਕੀ ਜਹਾਨ ਵਿੱਚੋਂ ਖੱਟਿਆ। ਮਤਲਬ ਉਹ ਕਾਫੀ ਸਾਲਾਂ ਦੇ ਕੰਮ ਕਰ ਰਹੇ ਸੀ ਉਹਨਾਂ ਨੂੰ, ਯਾਨੀ ਮੈਂ ਮਜ਼ਾਕ ਵਿੱਚ ਕਿਹਾ। ਉਸ ਤੋਂ ਬਾਅਦ ਮੈਂ ਉਹਨਾਂ ਨੂੰ ਕਿਹਾ ਵੀ ਆਨੰਦਪੁਰ ਦੇ ਮਤੇ ਦੀ ਕੀ ਗੱਲ ਹੈ। ਉਹ ਕਹਿੰਦੇ ਵੀ ਜੀ ਅਕਾਲੀ ਇਹ ਲੈਂਦੇ ਆ, ਪਰ ਜਦੋਂ ਇਹ ਸੱਤਾ ਵਿੱਚ ਆਉਂਦੇ ਆ ਤਾਂ ਉਦੋਂ ਇਹਨੂੰ ਇਹ ਛੱਡ ਦਿੰਦੇ ਆ। ਤੇ ਮੈਂ ਕਿਹਾ ਉਹ ਛੱਡ ਦਿੰਦੇ ਤਾਂ ਤੁਸੀਂ ਚੱਕ ਲਓ, ਜੇ ਉਹ ਸਹੀ ਹੈਗਾ ਤਾਂ ਤੁਸੀਂ ਕਿਉਂ ਨਹੀਂ ਚੱਕਦੇ ਇਹਨੂੰ। ਤਾਂ ਉਸ ਤੋਂ ਬਾਅਦ ਮੈਂ ਆਨੰਦਪੁਰ ਦਾ ਮਤਾ ਪੜ੍ਹਿਆ। ਠੀਕ ਹੈ ਜੀ। ਤੇ ਉਹ ਜਿਹੜੇ ਸਾਰੀਆਂ ਗੱਲਾਂ ਸੀ ਮਤਲਬ ਵੀ 11 ਬੰਦੇ ਬਰਾਤ ਵਿੱਚ ਜਾਣ, ਜਾਂ ਔਰਤਾਂ ਦੇ ਦਾਜ ਨਾ ਲਿਆ ਜਾਵੇ, ਉਹਨਾਂ ਨੂੰ ਨਾ ਕੀਤਾ ਜਾਵੇ, ਜਾਂ ਜੇ ਕੋਈ ਔਰਤ ਨਾਲ ਧੱਕੇਸ਼ਾਹੀ ਕਰਦਾ ਹੈ ਤਾਂ ਉਹਨੂੰ ਫੜਿਆ ਜਾਵੇ। ਤੇ ਜੇ ਕਿਸੇ ਨੇ ਉਦੋਂ ਗਲਤੀ ਕੀਤੀ ਹੈ ਇਹੋ ਜੀ ਤਾਂ ਉਹਨੂੰ ਉਹਨਾਂ ਨੇ ਮਤਲਬ ਖਤਮ ਕਰਤਾ ਹੈ, ਜਿਹਨੂੰ ਉਹਨਾਂ ਦੀ ਭਾਸ਼ਾ 'ਚ ਸੋਧਤਾ। ਹਾਂ, ਤਾਂ ਪਰ ਉਦੋਂ ਉਹਨਾਂ ਦਿਨਾਂ ਦੇ ਵਿੱਚ ਕੋਈ ਬੇਕਸੂਰੇ ਲੋਕਾਂ ਦੇ ਕਤਲ ਨਹੀਂ ਹੋਏ। ਠੀਕ ਹੈ। 3 ਤਰ੍ਹਾਂ ਦੇ ਕਤਲ ਹੋਏ ਆ, ਜਾਂ ਜਿਹੜੇ ਇਸ ਤਰ੍ਹਾਂ ਦੀਆਂ ਵੱਡੀ ਗਲਤੀ ਕਰਦੇ ਸੀ, ਜਾਂ ਪੋਲੀਟੀਕਲ ਕਤਲ ਹੋਏ ਆ ਜਿਨ੍ਹਾਂ ਨੇ ਮਤਲਬ ਸਰਕਾਰ ਦਾ ਸਾਥ ਦਿੱਤਾ ਤੇ ਉਹਨਾਂ ਦੀ ਮੁਖਬਰੀ ਕੀਤੀ, ਤੇ ਜਾਂ ਉਹ ਜਿਨ੍ਹਾਂ ਨੇ ਉਹਨਾਂ ਦੇ ਹਿਸਾਬ ਨਾਲ ਉਹਨਾਂ ਦੇ ਧਰਮ ਨੂੰ ਜਾਂ ਸਿੱਖ ਪੰਥ ਨੂੰ ਨੁਕਸਾਨ ਪਹੁੰਚਾਇਆ, ਜਿਵੇਂ ਲਾਲਾ ਜਗਤ ਨਾਰਾਇਣ ਸੀ। ਤਾਂ ਮਤਲਬ 94 ਕਤਲ ਹੋਏ ਉਦੋਂ ਪਹਿਲਾਂ, 1984 ਤੇ ਦਰਬਾਰ ਸਾਹਿਬ ਦੇ ਹਮਲੇ ਤੋਂ ਪਹਿਲਾਂ। ਠੀਕ ਹੈ। ਜਦੋਂ ਉੱਥੇ ਅਟੈਕ ਹੋ ਗਿਆ, ਹਾਂਜੀ, ਤਾਂ ਅਟੈਕ ਤੋਂ ਪਹਿਲਾਂ ਮਤਲਬ ਇਹਨਾਂ ਸਾਰੀਆਂ ਧਿਰਾਂ ਨੇ, ਅਕਾਲੀਆਂ ਨੇ ਤੇ ਇਹਨਾਂ ਨੇ ਸਾਰਿਆਂ ਨੇ ਰਲ ਕੇ ਉਹਨਾਂ ਨੂੰ ਸੱਦਾ ਦਿੱਤਾ ਸੀ ਵੀ ਤੁਸੀਂ ਆਓ ਆਪਾਂ ਰਲ ਕੇ ਧਰਮ ਯੁੱਧ ਮੋਰਚਾ ਚਲਾਉਂਦੇ ਆ। ਉਸ ਤੋਂ ਪਹਿਲਾਂ ਇਹਨਾਂ ਨੇ ਕਪੂਰੀ ਮੋਰਚਾ ਲਾਇਆ ਸੀ। ਜਿਹੜਾ ਕਪੂਰੀ ਮੋਰਚਾ ਸੀ ਉਹ 'ਚ ਲੋਕਾਂ ਨੇ ਰਿਸਪੌਂਸ ਨਹੀਂ ਦਿੱਤਾ, ਤਾਂ ਇਹ ਦਰਬਾਰ ਸਾਹਿਬ ਆ ਗਏ। ਦਰਬਾਰ ਸਾਹਿਬ ਦੇ ਵਿੱਚ ਜਦੋਂ ਆਨੰਦਪੁਰ ਦੇ ਮਤੇ ਤੇ ਧਰਮ ਯੁੱਧ ਮੋਰਚਾ ਚਲਾਇਆ ਤਾਂ ਸਾਰਿਆਂ ਨੇ ਰਲ ਕੇ ਸਹੁੰ ਖਾਧੀ ਸੀ ਕਿ ਅਸੀਂ ਮਤਲਬ ਇਹਨੂੰ ਮੰਨਣ ਤੋਂ ਤੱਕ ਅਸੀਂ ਮੋਰਚਾ ਖਤਮ ਨਹੀਂ ਕਰਾਂਗੇ। ਹੈ ਪਰ ਬਾਅਦ ਵਿੱਚ ਦੂਜੇ ਤਾਂ ਟਿਕੇ ਨਹੀਂ ਤੇ ਸਿਰਫ ਸੰਤ ਭਿੰਡਰਾਂ ਵਾਲੇ ਦੇ ਤੇ ਕਾਇਮ ਰਹੇ। ਤੇ ਉਹਨਾਂ ਨਾਲ ਸ਼ੁਬੇਗ ਸਿੰਘ ਦਾ ਸਭ ਨੂੰ ਪਤਾ ਹੀ ਹੈ ਕਿ ਉਹਨਾਂ ਨੇ ਮੋਰਚੇਬੰਦੀ ਉੱਥੇ ਜਿੰਨੀ ਸਟਰੋਂਗ ਕੀਤੀ। ਤੇ ਅਪ੍ਰੈਲ ਦੇ ਵਿੱਚ ਮੈਂ ਗਈ ਸੀ ਉੱਥੇ ਦਰਬਾਰ ਸਾਹਿਬ, ਅਪ੍ਰੈਲ 84 ਵਿੱਚ।
ਤੇ ਉਦੋਂ ਸੰਤ ਜਰਨੈਲ ਸਿੰਘ ਪਿੰਡਾਂ ਵਾਲਿਆਂ ਨੂੰ ਮੈਂ ਮਤਲਬ ਜਿਉਂਦਿਆਂ ਨੂੰ ਉਹਦੇ ਤੇ ਵੇਖਿਆ ਸੀ, ਲੰਗਰ ਦੀ ਬਿਲਡਿੰਗ ਦੀ ਛੱਤ ਤੇ। ਠੀਕ ਹੈ ਜੀ। ਤੇ ਪਰ ਮੇਰੀ ਕੋਈ ਗੱਲਬਾਤ ਨਹੀਂ ਹੋਈ ਉਹਨਾਂ ਨਾਲ। ਠੀਕ ਹੈ ਠੀਕ ਹੈ। ਤੇ ਬਸ ਉਦੋਂ ਮੈਂ ਉਹ ਖੜੇ ਸੀਗੇ, ਸਾਰੇ ਲੋਕ ਆਉਂਦੇ ਸੀ, ਲੰਘ ਜਾਂਦੇ ਸੀ, ਅਸੀਂ ਵੀ ਕਰੋਸਟੀ ਚੋਂ ਗਏ ਵੀ ਦੇਖ ਕੇ ਆਉਣੇ ਆ। ਵੈਸੇ ਜਿਹੜੀ ਮੈਂ ਗੱਲ ਨੋਟ ਕੀਤੀ ਹੋਈ ਸੀ ਵੀ ਬਾਜਕ ਸੀ ਉਹਨਾਂ ਦੀ, ਹਰ ਬੰਦੇ ਨੂੰ ਵਾਚ ਕਰਦੇ ਸੀ ਉਹ। ਠੀਕ ਹੈ। ਵੀ ਮਤਲਬ ਕੌਣ ਕੀ ਕਿੱਥੇ ਹੈ, ਕਿਵੇਂ ਦਾ ਹੈਗਾ। ਚਲੋ ਉਸ ਤੋਂ ਬਾਅਦ ਅਟੈਕ ਹੋ ਗਿਆ। ਅਟੈਕ ਵੇਲੇ ਅਸੀਂ ਮੋਗੇ ਸੀ ਉਸ ਦਿਨ, ਤੇ ਮੋਗੇ ਤੋਂ ਮਤਲਬ ਬਾਈ ਚਾਂਸ ਸੀ ਮੇਰੇ ਨਾਲ ਇੱਕ ਹੋਰ ਸਾਥੀ ਸੀ, ਸਾਡੀ ਮੀਟਿੰਗ ਸੀ। ਉਹ ਕਹਿੰਦੇ ਵੀ ਨਹੀਂ ਆਪਾਂ ਵਾਪਸ ਚੱਲੀਏ, ਮੈਂ ਉੱਥੋਂ ਗੱਡੀ ਲੈ ਲੂੰਗਾ। ਤਾਂ ਮੈਂ ਕਿਹਾ ਵੀ ਚੱਲ ਠੀਕ ਹੈ। ਵੀ ਅਸੀਂ ਆਏ ਵੀ ਕੋਸ਼ਿਸ਼ ਕਰਦੇ ਹਾਂ ਵੀ ਬੱਸ ਮਿਲ ਜੇ, ਤਾਂ ਬੱਸ ਮਿਲ ਗਈ 5 ਵਜੇ ਸਾਨੂੰ। ਲਾਸਟ ਬੱਸ ਲੈ ਕੇ ਅਸੀਂ ਇੱਥੇ ਆਏ। ਜਦੋਂ ਅਸੀਂ ਘਰ ਆਏ ਤਾਂ ਅਸੀਂ BBC ਸੁਣਿਆ ਤੇ ਪਤਾ ਲੱਗਿਆ ਵੀ ਕਰਫਿਊ ਲੱਗ ਗਿਆ ਪੰਜਾਬ 'ਚ, ਤੇ ਦਰਬਾਰ ਸਾਹਿਬ ਤੇ ਗੋਲੀ ਚੱਲ ਗਈ। ਤੇ ਉਸ ਤੋਂ ਬਾਅਦ ਸਾਡੇ ਕੋਲ ਇੱਕੋ ਹੀ ਸੋਰਸ ਸੀ BBC ਦੀਆਂ ਨਿਊਜ਼। ਤੇ ਉਦੋਂ 10 ਦਿਨ ਤੱਕ ਕਰੀਬ ਕਰਫਿਊ ਰਿਹਾ, ਵਿੱਚੋਂ 3-4 ਦਿਨ ਤਾਂ ਜਮਾਂ ਹੀ ਨਹੀਂ ਖੁੱਲਿਆ। 3-4 ਦਿਨ ਤੋਂ ਬਾਅਦ ਘੰਟੇ 2 ਘੰਟੇ ਦੀ ਢਿੱਲ ਦਿੱਤੀ ਸੀਗੀ, ਫਿਰ ਬੰਦ ਕਰਤਾ ਸੀ। ਤੇ ਇੰਨਾ ਜ਼ਿਆਦਾ ਮਤਲਬ ਸੀਗਾ, ਇੱਥੇ ਫੌਜ ਆਉਂਦੀ ਫਿਰਦੀ ਸੀ ਵੀ ਜੇ ਕੋਈ ਆਪਦੇ ਘਰ ਤੋਂ ਬਾਹਰ ਇੱਥੇ ਮੁਹੱਲੇ ਵਿੱਚ ਵੀ ਨਿਕਲ ਗਿਆ ਉਹਨੂੰ ਵੀ ਕੁੱਟ ਦਿੰਦੇ ਸੀ। ਮੇਰੇ ਬ੍ਰਦਰ ਨਾਲ ਇਵੇਂ ਹੋਇਆ ਸੀ। ਠੀਕ ਹੈ। ਉਹ ਬੱਚਾ ਬਾਹਰ ਆ ਗਿਆ, ਉਹਨਾਂ ਨੂੰ ਵੇਖਣ ਆਏ ਵੀ ਮਤਲਬ ਪਤਾ ਨਹੀਂ ਲੱਗਿਆ, ਉਹਨਾਂ ਨੂੰ ਵੇਖਦੇ ਸੀ ਵੀ ਬੱਚਾ ਬਾਹਰ ਤਾਂ ਨਹੀਂ ਚਲਾ ਗਿਆ, ਤੇ ਉਹਨਾਂ ਨੇ ਪਕੜ ਕੇ ਕੁੱਟਤਾ। ਮਤਲਬ ਇੰਨੀ ਧੱਕੇਸ਼ਾਹੀ ਹੋ ਰਹੀ ਸੀ। ਉਸ ਤੋਂ ਬਾਅਦ ਜਦੋਂ ਇਹ ਸਾਰਾ ਵਾਪਰ ਖਤਮ ਹੋ ਗਿਆ, ਪਤਾ ਲੱਗ ਗਿਆ ਵੀ ਪਿੰਡਾਂ ਵਾਲੇ ਦੀ ਮੌਤ ਹੋ ਗਈ ਹੈ, ਤੇ ਫਿਰ ਹਾਲਾਤ ਬਹੁਤ ਹੋਰ ਤਰ੍ਹਾਂ ਦੇ ਹੋ ਗਏ। ਮਤਲਬ ਪੂਰਾ ਇਸ ਤਰ੍ਹਾਂ ਸੀ ਵੀ ਜਿਵੇਂ ਪੂਰਾ ਲੋਕਾਂ ਨੂੰ ਦਬਾਈ ਦੇਣਾ। ਹਾਂ, ਤਾਂ ਉਹਦੇ ਵਿੱਚ ਸਾਰਾ ਕੁਝ ਹੋਇਆ। ਇਹਨਾਂ ਨੇ KPS ਗਿੱਲ ਨੂੰ ਅੱਗੇ ਲਿਆਂਦਾ। KPS ਗਿੱਲ ਨੇ ਝੂਠੇ ਪੁਲਿਸ ਮੁਕਾਬਲਿਆਂ ਦੀ ਲੜੀ ਲਾਤੀ। ਗੋਬਿੰਦ ਰਾਮ ਸਾਡੇ ਇੱਥੇ ਆਇਆ ਸੀ ਫਰੀਦਕੋਟ ਪਹਿਲਾਂ। ਅੱਛਾ। ਤਾਂ ਫਰੀਦਕੋਟ ਵਿੱਚ ਵੀ ਉਹਨੇ ਬੜਾ ਗੰਦ ਪਾਇਆ ਹੋਇਆ ਸੀ। ਫਰੀਦਕੋਟ ਵਿੱਚ 3-4 ਗੱਲਾਂ ਦੇ ਵਿੱਚ ਲੋਕਾਂ ਨਾਲ ਵਿਰੋਧਤਾ ਆ ਗਈ। ਅੱਛਾ ਜੀ। ਤੇ ਮੈਂ ਫਰੀਦਕੋਟ ਵਾਸੀਆਂ ਦੀ ਧੰਨਵਾਦੀ ਹਾਂ ਵੀ ਉਸ ਬੰਦੇ ਨੂੰ ਇੱਥੋਂ ਅਸੀਂ ਭਜਾਇਆ ਸੀ ਰਲ ਕੇ। ਅੱਛਾ ਜੀ। ਉਦੋਂ ਕੀ ਇੱਥੇ ਵਿਰੋਧਤਾ ਆਈ ਸੀ, ਕਿਹੜੀ ਗੱਲ ਤੇ? ਇੱਥੇ ਮੈਨੂੰ ਹੁਣ ਚੰਗੀ ਤਰ੍ਹਾਂ ਯਾਦ ਨਹੀਂ ਹੈਗਾ, ਪਰ 3 ਮਸਲੇ ਉੱਭਰੇ ਸੀ ਉਦੋਂ। ਅੱਛਾ ਜੀ। ਜਿੰਦੇ ਵਿੱਚ ਉਹਨੇ ਜ਼ਿਆਦਤੀ ਕੀਤੀ ਸੀ ਲੋਕਾਂ ਨਾਲ। ਠੀਕ ਹੈ। ਪਰ ਇੱਥੇ ਲੋਕ ਰਲ ਗਏ, ਇਕੱਠੇ ਹੋ ਕੇ ਉਹਨਾਂ ਨੇ ਉਹਦੀ ਸ਼ਿਕਾਇਤ ਕੀਤੀ। ਉਹ ਇੱਕ ਵਾਰੀ 'ਚ ਨਹੀਂ ਐਕਸ਼ਨ ਹੋਇਆ, 2 ਵਾਰੀ, ਪਰ ਤੀਸਰੀ ਵਾਰੀ ਜ਼ਿਆਦਾ ਵੱਡਾ ਇਕੱਠ ਹੋ ਗਿਆ, ਤਾਂ ਫਿਰ ਉਹਦੀ ਇੱਥੋਂ ਬਦਲੀ ਕਰਤੀ ਗੁੱਸਾ ਵੇਖਦੇ ਹੋਏ। ਤੇ ਉਸ ਤੋਂ ਬਾਅਦ ਉਹ ਬਟਾਲੇ ਚਲਾ ਗਿਆ। ਠੀਕ ਹੈ। ਤੇ ਬਟਾਲੇ ਜਦੋਂ ਰਿਹਾ ਉੱਥੇ, ਤੇ ਬਟਾਲੇ ਤਾਂ ਉਹਨੇ ਜਮਾਂ ਹੀ ਸਿਰਾ ਲਾਤਾ। ਅੱਛਾ। ਤਾਂ ਕਿਉਂਕਿ ਮਤਲਬ ਅਖਬਾਰਾਂ ਦੇ ਵਿੱਚ ਵੀ ਕੋਈ ਖਾਸ ਖਬਰਾਂ ਨਹੀਂ ਸੀ ਆਉਂਦੀਆਂ, ਤਾਂ ਪਹਿਲਾਂ ਤਾਂ ਪਤਾ ਹੀ ਨਹੀਂ ਲੱਗਿਆ ਵੀ ਕੀ ਹੋਈ ਜਾਂਦਾ। ਜਿਹੜਾ ਬੰਦਾ ਜਿੱਥੇ ਹੈ ਉਹਨੂੰ ਉੱਥੇ ਦਾ ਹੀ ਪਤਾ ਲੱਗਦਾ ਸੀ ਵੀ ਕੀ ਹੁੰਦਾ। ਪਰ ਇੱਕ ਦਿਨ ਪੰਜਾਬੀ ਟ੍ਰਿਬਿਊਨ 'ਚ ਖਬਰ ਆਈ ਵੀ ਉਸ ਸਾਈਡ ਗੁਰਦਾਸਪੁਰ ਬਟਾਲੇ ਸਾਈਡ ਦੀਆਂ 31 ਪੰਚਾਇਤਾਂ ਨੇ ਸਮੂਹਕ ਤੌਰ 'ਤੇ ਅਸਤੀਫਾ ਦੇ ਦਿੱਤਾ। ਤੇ ਕਿਉਂ ਦਿੱਤਾ? ਵੀ ਉਹ ਕਹਿੰਦੇ ਵੀ ਸਾਡੀਆਂ ਧੀਆਂ ਭੈਣਾਂ ਦੀ ਇੱਜ਼ਤ ਰੋਲੀ ਜਾ ਰਹੀ ਹੈ, ਤੇ ਜੇ ਅਸੀਂ ਆਪਦੇ ਪਿੰਡ ਦੀ ਇੱਜ਼ਤ ਹੀ ਨਹੀਂ ਬਚਾ ਸਕਦੇ ਤਾਂ ਸਾਡੇ ਸਰਪੰਚ ਰਹਿਣ ਦਾ ਫਾਇਦਾ ਕੀ ਹੈ। ਤਾਂ ਉਹ ਖਬਰ ਸਾਡੇ ਲਈ ਬਹੁਤ ਵੱਡੀ ਸੀ, ਕਿਉਂਕਿ ਮੈਂ ਵੂਮਨ ਫਰੰਟ ਤੇ ਵੀ ਕੰਮ ਕਰਦੀ ਪਈ ਸੀ। ਤਾਂ ਅਸੀਂ ਉਹਦੇ ਸੰਬੰਧ ਵਿੱਚ ਫਿਰ ਮਤਲਬ ਕੁਝ ਲੋਕਾਂ ਨੂੰ ਮਿਲੇ ਵੀ ਅਸੀਂ ਇਹ ਕਰਨਾ ਚਾਹੁੰਦੇ ਹਾਂ, ਇਹਨੂੰ ਸਾਰੇ ਇਕੱਠੇ ਕਰੀਏ ਇਹਦੇ ਤੱਤ। ਤਾਂ ਕੁਝ ਲੋਕਾਂ ਨੇ ਵਿਰੋਧ ਕੀਤਾ, ਕਹਿੰਦੇ ਨਹੀਂ ਰਹਿਣ ਦਿਓ ਤੁਸੀਂ। ਅਸੀਂ ਕਿਹਾ ਕਿਉਂ? ਕਹਿੰਦੇ ਨਹੀਂ, ਇਹਦੇ ਵਿੱਚ ਬੇਇੱਜ਼ਤੀ ਹੈ ਸਿੱਖ ਪਰਿਵਾਰਾਂ ਦੀ। ਤਾਂ ਮੈਂ ਕਿਹਾ ਵੀ ਜਦੋਂ ਥਾਣਿਆਂ ਦੇ ਵਿੱਚ ਔਰਤਾਂ ਨਾਲ ਇੰਨੀ ਜ਼ਿਆਦਤੀ ਹੋਈ ਜਾਂਦੀ ਹੈ, ਤੇ ਉਹ ਵੀ ਤਾਂ ਬੇਇੱਜ਼ਤੀ ਹੈ ਨਾ ਉਹਨਾਂ ਦੀ, ਵੀ ਸਾਨੂੰ ਕਰਨਾ ਚਾਹੀਦਾ। ਅਲਟੀਮੇਟਲੀ ਅਸੀਂ ਉਹਨਾਂ ਨੂੰ ਕਨਵਿੰਸ ਕਰ ਲਿਆ। ਫਿਰ ਉਹਨਾਂ ਦੀ ਹੈਲਪ ਲਈ ਅਸੀਂ, ਤੇ ਉਹਨਾਂ ਦੀ ਹੈਲਪ ਲੈ ਕੇ ਤੇ ਅਸੀਂ ਮਤਲਬ ਯਾਨੀ ਇੱਕ ਕਿਤਾਬਚਾ ਛਾਪਿਆ, 31 ਮਾਰ ਪਈ ਕੁਰਲਾ ਨੇ। ਤਾਂ ਉਸ ਵੇਲੇ ਮੈਂ ਜ਼ਰੂਰ ਇਹ ਥੋੜ੍ਹਾ ਜਿਹਾ ਦੱਸਣਾ ਚਾਹੂੰਗੀ ਵੀ ਸਾਨੂੰ ਕਿਹਨੇ ਮਦਦ ਕੀਤੀ। ਠੀਕ ਹੈ। ਉਸ ਟਾਈਮ 'ਤੇ ਜਿਹੜੇ ਕੁਝ ਸਰਪੰਚ ਸੀਗੇ, ਉਹਨਾਂ ਨੇ ਉਦੋਂ ਆਪਦਾ ਨਾਮ ਨਹੀਂ ਸੀ ਦੱਸਿਆ ਉਹਨਾਂ ਪਿੰਡਾਂ ਦੇ, ਤੇ ਉਹਨਾਂ ਸਾਰੇ ਸਰਪੰਚਾਂ ਦੀ ਮੈਂ ਧੰਨਵਾਦੀ ਹਾਂ ਜਿਨ੍ਹਾਂ ਨੇ ਸਾਨੂੰ ਹੈਲਪ ਕੀਤੀ ਇੱਕ ਪਿੰਡ ਤੋਂ ਦੂਜੇ ਪਿੰਡ 'ਚ ਜਾਣ 'ਚ ਤੇ ਰਿਪੋਰਟ ਇਕੱਠੀ ਕਰਨ 'ਚ। ਜਸਟਿਸ ਅਜੀਤ ਸਿੰਘ ਬੈਂਸ ਸਾਬਕਾ ਜੱਜ ਪੰਜਾਬ ਹਰਿਆਣਾ ਹਾਈ ਕੋਰਟ, ਗੁਰਬਚਨ ਸਿੰਘ ਗਿੱਲ ਸਾਬਕਾ DSP, DS ਗਿੱਲ ਸਕੱਤਰ ਸਿੱਖ ਲਾਇਰਸ ਕੌਂਸਲ, ਗੁਰਬਚਨ ਸਿੰਘ ਘੁੰਮਣ ਐਡਵੋਕੇਟ ਲੁਧਿਆਣਾ, ਭਾਈ ਮਹਿੰਦਰ ਸਿੰਘ ਜਵੰਦਾ ਲੁਧਿਆਣਾ, ਕਮਲਜੀਤ ਕੌਰ ਸੰਪਾਦਕ ਸੰਪਰਕ, ਤੇ ਬਟਾਲਾ ਇਲਾਕੇ ਦੇ ਦਰਜਨਾਂ ਹੀ ਪੰਚਾਂ ਸਰਪੰਚਾਂ ਵਕੀਲਾਂ ਤੇ ਹੋਰ ਬੁੱਧੀਜੀਵੀਆਂ ਨੇ ਜਿਨ੍ਹਾਂ ਨੇ ਉਦੋਂ ਆਪਦੇ ਨਾਂ ਗੁਪਤ ਰੱਖੇ ਸੀ। ਠੀਕ ਹੈ ਜੀ। ਇਹਨਾਂ ਬੰਦਿਆਂ ਨੇ ਸਾਡੇ ਨਾਲ ਕੀਤੀ। ਤੇ ਅਸੀਂ 2 ਲੜਕੀਆਂ ਸੀ, ਮੈਂ ਤੇ ਜੀਵਨਜੋਤ ਕੌਰ ਤੇ ਕਮਲ ਸੰਧੂ ਲੜਕੀ, ਉਹਨੇ ਨਵੀਂ ਉਦੋਂ ਵਕਾਲਤ ਕੀਤੀ ਸੀ। ਅਸੀਂ ਦੋਵੇਂ ਜਣੀਆਂ ਮਤਲਬ ਸਕੂਟਰ ਲੈ ਕੇ ਉਹਨਾਂ ਪਿੰਡਾਂ ਦੇ ਵਿੱਚ ਗਈਆਂ ਤੇ ਜਾ ਕੇ ਉੱਥੋਂ ਤੱਥ ਲਿਖ ਕੇ ਲਿਆਂਦੇ। ਤੇ ਉਹ ਲਿਖ ਕੇ ਲਿਆਉਣ ਤੋਂ ਬਾਅਦ ਅਸੀਂ ਇਹ ਜਿਹੜਾ ਇਹ ਕਿਤਾਬਚਾ ਸੀਗਾ ਇਹਨੂੰ ਅਸੀਂ ਛਾਪਿਆ
ਠੀਕ ਹੈ ਜੀ। ਇਹ ਹੈ, ਇਹਨੂੰ ਫੋਕਸ ਕਰ ਲਿਆ ਜੀ। ਇੱਤੀ ਮਾਰ ਪਈ ਕੁਰਲਾ ਨੇ, ਇਹਦਾ ਅਸੀਂ ਨਾਮ ਰੱਖਿਆ। ਤੇ ਇਹ ਰਿਪੋਰਟ ਨੂੰ ਅਸੀਂ ਮਤਲਬ ਇਹਦੇ ਵਿੱਚ ਕੁਛ ਲੁਧਿਆਣਾ ਤੇ ਤਰਨਤਾਰਨ ਦੇ ਕੇਸ ਜਿਹੜੇ ਆਲਰੇਡੀ FIRs ਰਜਿਸਟਰਡ ਹੋ ਗਈਆਂ ਸੀ, ਉਹ ਲਈਆਂ। ਠੀਕ ਹੈ ਜੀ। ਤੇ ਇਹਨਾਂ ਨੂੰ ਅਸੀਂ 7 ਮਾਰਚ 1999 ਨੂੰ ਠੀਕ ਹੈ ਜੀ। ਰਿਲੀਜ਼ ਕੀਤਾ। ਠੀਕ ਹੈ ਜੀ। ਤਾਂ 8 ਮਾਰਚ 1999 ਦੇ ਸਾਰੇ ਅਖਬਾਰਾਂ ਦੀ ਫਰੰਟ ਹੈਡਲਾਈਨ ਸੀ ਜਿਹੜੀ ਇਹ ਰਿਪੋਰਟ ਸੀਗੀ। ਤੇ ਇਹ ਇਸ ਤੋਂ ਬਾਅਦ ਜਿਹੜਾ ਉਹ ਮਤਲਬ ਗੋਬਿੰਦ ਰਾਮ ਹੈ ਉਹਨੂੰ ਬੰਬ ਨਾਲ ਉਡਾਇਆ ਗਿਆ ਸੀਗਾ। ਠੀਕ ਹੈ, ਠੀਕ ਹੈ। ਉਸ ਤੋਂ ਬਾਅਦ ਤੇ ਇਹਦੇ ਵਿੱਚ ਜਿਹੜੀਆਂ ਉਦੋਂ ਮਤਲਬ ਇੰਨਾ ਜ਼ਿਆਦਾ ਜ਼ੁਲਮ ਕੀਤਾ ਉਹਨੇ ਵੀ ਜੇ ਕੋਈ ਇੱਕ 9 ਮਹੀਨੇ ਦੀ ਪ੍ਰੈਗਨੈਂਟ ਲੇਡੀ ਹੈ, ਅੱਛਾ ਜੀ, ਤੇ ਉਹਨੂੰ ਥੱਲੇ ਡੇਗ ਕੇ ਉਹਦੇ ਪੇਟ ਦੇ ਉੱਤੇ ਮਤਲਬ ਬੱਟ ਮਾਰਿਆ ਜਾਂ ਬੂਟ ਦੇ ਨਾਲ ਚੜ ਗਈ ਉੱਤੇ। ਹੁਣ ਤੁਸੀਂ ਵੇਖੋ ਵੀ ਯੂਟਰਸ ਰਪਚਰ ਹੋ ਗਿਆ ਉਹਦਾ ਤੇ ਉਹ ਮਰ ਗਈ। ਪਿੰਡਾਂ ਦੇ ਵਿੱਚ ਮਤਲਬ ਜਿਹੜੇ ਸਰਪੰਚ ਸੀਗੇ ਉਹਨਾਂ ਨੂੰ ਵੀ ਕਿਹਾ ਗਿਆ ਵੀ ਨੱਕ ਨਾਲ ਲਕੀਰਾਂ ਕੱਢੋ, ਉਹਨਾਂ ਦੀਆਂ ਪੱਗਾਂ ਲਾਈਆਂ ਗਈਆਂ। ਜਿਹੜੀਆਂ ਉਦੋਂ ਘੁੰਡ ਘੰਟ ਕੱਢਣ ਦਾ ਰਿਵਾਜ ਸੀ ਤੇ ਲੋਕ ਚੁੰਨੀ ਸਿਰ ਤੋਂ ਨਹੀਂ ਸਿਲਾਉਂਦੇ, ਔਰਤਾਂ ਦੀਆਂ ਚੁੰਨੀਆਂ ਉਹਨਾਂ ਦੇ ਸਹੁਰਿਆਂ ਦੇ ਸਾਹਮਣੇ ਖਿੱਚੀਆਂ ਗਈਆਂ, ਕੱਪੜੇ ਫਾੜੇ ਗਏ। ਥਾਣਿਆਂ ਦੇ ਵਿੱਚ ਅਲਫ ਨੰਗਾ ਕਰਕੇ ਸਹੁਰੇ ਨੂੰ ਕੁੜੀ ਦੇ ਕੋਲੇ ਖੜਾਇਆ ਗਿਆ ਜਾਂ ਨੂੰਹ ਦੇ ਕੋਲੇ ਖੜਾਇਆ ਗਿਆ। ਮਤਲਬ ਸਿਰਾ ਹੀ ਲਾਤਾ ਉਹਨਾਂ ਨੇ। ਬੜਾ ਭਿਆਨਕ ਮਾਹੌਲ, ਅਣਮਨੁੱਖੀ। ਕਦੇ ਕਦੇ ਮੈਨੂੰ ਉਹ ਯਾਦ ਕਰਕੇ ਸਾਰਾ ਕੁਛ ਹੁਣ ਵੀ ਅੱਖਾਂ ਦੇ ਸਾਹਮਣੇ ਹੋਵੇ ਆ ਜਾਂਦਾ ਸਾਰਾ। ਸੋਚ ਤਾਂ ਜਿਹੜੇ ਅਸੀਂ ਸੋਚ ਵੀ ਨਹੀਂ ਸਕਦੇ ਅਜਿਹਾ ਕੁਝ ਵਾਪਰਿਆ ਸਾਡੇ। ਫਿਰ ਅਸੀਂ 25 ਔਰਤਾਂ ਨੇ ਇਕੱਠੇ ਹੋ ਕੇ ਲੇਕ ਤੋਂ ਸ਼ੁਰੂ ਕਰਕੇ ਤੇ 17 ਸੈਕਟਰ ਤੱਕ ਉੱਥੇ ਹੀ ਜਲੂਸ ਕੱਢਿਆ। ਠੀਕ ਹੈ ਜੀ, ਇਹ ਉਹਦੀ ਫੋਟੋ ਹੈ। ਠੀਕ ਹੈ, ਇਹ ਉਸ ਸਮੇਂ ਦੀ। ਹਾਂਜੀ, ਤਾਂ ਉਦੋਂ ਰਿਪੈਰੋ ਨੇ ਸਾਨੂੰ ਟਾਈਮ ਨਹੀਂ ਸੀ ਦਿੱਤਾ, ਬਾਅਦ ਵਿੱਚ ਰਿਪੈਰੋ ਨੂੰ ਮੈਮੋਰੈਂਡਮ ਸੀ ਜਿਹੜਾ ਉਹ ਅਸੀਂ ਡਾਕ ਰਾਹੀਂ ਭੇਜਿਆ ਸੀ। ਠੀਕ ਹੈ। ਤੇ ਫਿਰ ਇੰਟਰਨੈਸ਼ਨਲ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਸੀ, ਉਹਨਾਂ ਨੇ ਸਾਨੂੰ ਅਪਰੋਚ ਕੀਤਾ ਵੀ ਅਸੀਂ ਇਹਨੂੰ ਇੰਗਲਿਸ਼ 'ਚ ਟਰਾਂਸਲੇਟ ਕਰਕੇ ਐਮਨੈਸਟੀ ਇੰਟਰਨੈਸ਼ਨਲ ਨੂੰ ਭੇਜਣਾ ਚਾਹੁੰਦੇ, ਇਸ ਕੇ ਭੇਜ ਦਿਓ। ਉਹ ਭੇਜਦੀ ਉਹਨਾਂ ਨੇ। ਉਹਦੇ ਤੋਂ ਬਾਅਦ ਉਹਨਾਂ ਨੇ ਗਵਰਨਰ ਪੰਜਾਬ ਨੂੰ ਲਿਖਿਆ, ਰਿਬੈਰੋ ਸੀ ਉਦੋਂ ਇੱਥੇ। ਤਾਂ ਉਹ ਬਾਅਦ ਸਾਡੇ ਕੋਲ ਨਾਰੀ ਮੰਚ ਕੋਲ ਰਿਬੈਰੋ ਦੀ ਲੈਟਰ ਆਈ ਕਿ ਤੁਹਾਡੀ ਇਸ ਕੰਪਲੇਂਟ ਦੇ ਹਿਸਾਬ ਨਾਲ ਅਸੀਂ ਇੱਕ ਕਮੇਟੀ ਬਣਾ ਦਿੱਤੀ ਹੈ ਜਿਹੜੀ ਇਹ ਚੀਜ਼ਾਂ ਨੂੰ ਵੇਖੂਗੀ ਤੇ ਔਰਤਾਂ ਲਈ ਕੁਝ ਨਿਯਮ ਬਣਾ ਦਿੱਤੇ ਗਏ ਤੇ ਹੋਰ ਡਿਟੇਲ ਨਿਯਮ ਉਹ ਬਣਾਉਣਗੇ ਤੇ ਤੁਹਾਨੂੰ ਸੂਚਿਤ ਕੀਤਾ ਜਾਂਦਾ ਵੀ ਸੂਰਜ ਡੁੱਬਣ ਤੋਂ ਬਾਅਦ ਔਰਤਾਂ ਨੂੰ ਥਾਣੇ ਵਿੱਚ ਨਹੀਂ ਰੱਖਿਆ ਜਾਊਗਾ। ਹਾਂ, ਤਾਂ ਇਹ ਕਾਨੂੰਨ ਉਦੋਂ ਬਣਿਆ ਸੀ। ਉਦੋਂ ਬਾਅਦ ਫਰਕ ਪਿਆ, ਪ੍ਰਭਾਵ ਪਿਆ ਚੀਜ਼ ਦਾ? ਉਦੋਂ ਫਰਕ ਪਿਆ, ਥੋੜਾ ਜਿਹਾ ਫਰਕ ਪਿਆ, ਪਰ ਹੁਣ ਘੱਟੋ ਘੱਟ ਇਹ ਹੈ ਵੀ ਉਲੰਘਣਾ ਤਾਂ ਅਜੇ ਵੀ ਹੁੰਦੀ ਹੈ, ਕਦੇ ਕਦੇ ਹੁੰਦੀ ਹੈ, ਪਰ ਹੁਣ ਉਹ ਉਹਨਾਂ ਨਹੀਂ ਆਏ ਨਹੀਂ ਵੀ ਰਾਤ ਨੂੰ ਉਹ ਰੱਖ ਨਹੀਂ ਸਕਦੇ ਕਿਉਂਕਿ ਲਾਅ ਹੈਗਾ। ਤੇ ਜੇ ਲਾਅ ਹੈਗਾ ਤਾਂ ਤੁਸੀਂ ਚੈਲੰਜ ਵੀ ਕਰ ਸਕਦੇ ਹੋ ਵੀ ਕਿਉਂ ਰੱਖਿਆ ਰਾਤ ਨੂੰ। ਮਤਲਬ ਉਦੋਂ ਜਿਹੜੀਆਂ ਨਿਯਮਾਂ ਕਾਨੂੰਨਾਂ ਦੀ ਕੋਈ ਪਰਵਾਹ ਨਹੀਂ ਸੀ ਪੰਜਾਬ ਦੇ ਵਿੱਚ, ਸਭ ਕੁਝ ਜੋ ਪੁਲਿਸ ਚਾਹੁੰਦੀ ਸੀ, ਜੋ ਸਰਕਾਰ ਚਾਹੁੰਦੀ ਸੀ, ਉਹ ਹੋ ਰਿਹਾ ਸੀ। ਹਾਂਜੀ, ਤੁਸੀਂ ਇਹ ਵੇਖੋ ਨਾ ਵੀ 25,000 ਕੇਸ ਤਾਂ ਆਪਣੇ ਖਾਲੜਾ ਸਾਹਿਬ ਨੇ ਕੱਢੇ, ਜਸਵੰਤ ਸਿੰਘ ਖਾਲੜਾ ਨੇ। 2300 ਤਾਂ ਉਹਨਾਂ ਕੋਲੇ ਪੱਕਾ ਰਿਕਾਰਡ ਹੈ ਜਿਹਦੇ ਵਿੱਚ ਉਹਨਾਂ ਦਾ ਪੂਰਾ ਨਾਂ ਹੈਗੇ ਹੈ, ਪਿੰਡ ਦੇ ਫਾਦਰ ਦਾ, ਉਹਦੀ ਉਮਰ, ਕਿਹੜਾ ਲੈ ਕੇ ਆਇਆ ਬੰਦਾ ਪੁਲਿਸ ਵਾਲਾ, ਕਿੱਥੇ ਉਹਦਾ ਸੰਸਕਾਰ ਕੀਤਾ, ਕਿੱਥੋਂ ਲੱਕੜਾਂ ਲਈਆਂ। 2300 ਦਾ ਤਾਂ ਵਿਦ ਨੇਮਸ ਰਿਕਾਰਡ ਹੈ ਤੇ ਬਾਕੀ ਜੋ ਉਵੇਂ ਕੀਤਾ ਜਾਵੇ ਤਾਂ ਕਰੀਬ 2500 ਨੌਜਵਾਨ ਹੈ ਜਿਹੜੇ ਇਹਨਾਂ ਨੇ ਖਤਮ ਕਰਤਾ। ਤੁਸੀਂ ਐਂ ਸਮਝ ਲਓ ਵੀ ਇੱਕ ਤਰ੍ਹਾਂ ਨਾਲ ਨਸਲਕੁਸ਼ੀ ਕੀਤੀ ਇਹਨਾਂ ਨੇ। ਪਹਿਲੀ ਨਸਲਕੁਸ਼ੀ ਇਹਨਾਂ ਨੇ ਦਰਬਾਰ ਸਾਹਿਬ ਦੇ ਅੰਦਰ ਕੀਤੀ ਜਿੱਥੇ 20,000 ਤੋਂ 25,000 ਦੇ ਕਰੀਬ ਸ਼ਰਧਾਲੂ ਸੀ ਜਿਹੜੇ ਮਾਰੇ ਗਏ। ਦੂਸਰੀ ਨਸਲਕੁਸ਼ੀ ਇਹਨਾਂ ਨੇ ਉੱਥੇ ਕੀਤੀ ਦਿੱਲੀ 84 ਤੋਂ ਬਾਅਦ, ਤੇ ਤੀਸਰੀ ਜਿਹੜੀ ਬਾਅਦ ਵਿੱਚ ਇਹਨਾਂ ਨੇ ਝੂਠੇ ਪੁਲਿਸ ਮੁਕਾਬਲੇ ਕੀਤੇ। ਹਾਂ, ਹੁਣ ਕਈ ਲੋਕ ਕਹਿੰਦੇ ਵੀ ਜੀ ਇਹਨਾਂ ਨੂੰ ਮਤਲਬ ਕਿਉਂ ਕਰਦੇ ਇਹ। ਹੁਣ ਇਹ ਜਿਹੜਾ ਇੱਥੇ ਇੱਕ ਮਨੂਵਾਦੀ ਸੰਕਲਪ ਆਉਂਦਾ ਹੈ ਵੀ ਔਰਤਾਂ ਨੂੰ ਕਿਉਂ ਕਰਦੇ ਆ, ਵੀ ਜੋ ਔਰਤਾਂ ਦਾ ਕੀ ਕਸੂਰ ਸੀ ਹੈ। ਤਾਂ ਉਹ ਸੀਗਾ ਕਿ ਜਦੋਂ ਅਸੀਂ ਉਹਨਾਂ ਦੇ ਪਰਿਵਾਰਾਂ ਦੀ ਔਰਤਾਂ ਨੂੰ ਫੜ ਕੇ ਉਹਨਾਂ ਨਾਲ ਕਰਾਂਗੇ ਤਾਂ ਅਸੀਂ ਉਹਨਾਂ ਦੀ ਇੱਜ਼ਤ ਨੂੰ ਵੰਗਾਰ ਕੇ ਉਹਨਾਂ ਨੂੰ ਡਾਊਨ ਕਰਾਂਗੇ, ਉਹਨਾਂ ਦਾ ਮੋਰਲ ਡਾਊਨ ਕਰਾਂਗੇ। ਪਰ ਇੱਥੇ ਮੈਂ ਇਸ ਗੱਲ 'ਤੇ ਉਹਨਾਂ ਨੂੰ ਸਲਾਮ ਦਿੰਦੀ ਹਾਂ, ਨਾ ਉਹ ਯੋਧੇ ਤੇ ਨਾ ਉਹ ਔਰਤਾਂ, ਉਹ ਝੁਕੇ ਨਹੀਂ। ਉਹ ਮਤਲਬ ਜੋ ਸੰਘਰਸ਼ ਸੀ ਉਹ ਕਰਦੇ ਰਹੇ। ਪੁਲਿਸ ਨੇ ਜੋ ਤਸ਼ੱਦਦ, ਜਿਵੇਂ ਅਸੀਂ ਦੇਖਦੇ ਹਾਂ ਕਿ ਪੁਰਾਣੇ ਸਮੇਂ 'ਚ ਮੀਰ ਮੰਨੋ ਵਰਗੇ ਗਲ ਦੇ ਵਿੱਚ ਬੱਚਿਆਂ ਦੇ ਹਾਰ ਪਾਉਂਦੇ ਸੀ ਪਰ ਉਹ ਵੀ ਨਹੀਂ ਝੁਕਦੀਆਂ ਸੀ ਸਾਡੀਆਂ ਉਸ ਸਮੇਂ ਦੀਆਂ ਮਾਤਾਂ। ਤੇ ਇਹ ਜਿਹੜੀਆਂ ਉਸ ਸਮੇਂ ਦੀਆਂ ਔਰਤਾਂ ਤੁਸੀਂ ਅੱਖੀਂ ਦੇਖਿਆ ਸਭ ਕੁਝ, ਇਹ ਵੀ ਨਹੀਂ ਝੁਕੀਆਂ। ਨਹੀਂ ਝੁਕੀਆਂ, ਬੇਪਤੀ ਕਰਨ ਦੀ ਕੋਈ ਕਸਰ ਨਹੀਂ ਛੱਡੀ, ਕੋਈ ਕਸਰ ਨਹੀਂ ਛੱਡੀ। ਹੋਰ ਉਸ ਸਮੇਂ ਜਿਹੜਾ ਹਾਲਾਤ, ਮਤਲਬ ਜੇ ਕੁੱਲ ਕਿਹਾ ਜਾਵੇ ਕਿ ਉਦੋਂ ਫਿਰ ਜਿਹੜਾ ਸਰਕਾਰ ਦਾ ਜਾਂ ਪੁਲਿਸ ਦਾ
ਕਿਹੜੇ ਜਿਹੜੇ ਮੁੱਖ ਅਸੀਂ ਕਹਿ ਸਕਦੇ ਹਾਂ ਕਿ ਅਫਸਰ ਸੀ ਜਿਹੜੇ ਇੰਨੇ ਅਣਮਨੁੱਖੀ ਹੋ ਚੁੱਕੇ ਸੀ ਕਿ ਉਹਨਾਂ ਨੂੰ ਕੋਈ ਪਰਵਾਹ ਹੀ ਨਹੀਂ ਸੀ? ਇਹ ਵੈਸੇ ਤਾਂ ਕਾਫੀ ਸਾਰੇ ਨਾਂ ਹੈਗੇ ਆ, ਪਰ ਸਭ ਤੋਂ ਜਿਹੜਾ ਬਦਨਾਮ ਨਾਂ ਸੀ ਉਹ ਗੋਬਿੰਦ ਰਾਮ ਦਾ ਸੀ, ਜਿਹਨੂੰ ਬਾਅਦ ਵਿੱਚ ਬੰਬ ਧਮਾਕੇ ਵਿੱਚ ਉਹਨਾਂ ਨੇ ਉਡਾਇਆ ਸੀ। ਤੇ ਬੇਅੰਤ ਸਿੰਘ ਦੀ ਸਰਕਾਰ ਵੇਲੇ ਹੋਇਆ ਤਾਂ ਬੇਅੰਤ ਸਿੰਘ ਨੂੰ ਵੀ ਉਡਾਇਆ ਗਿਆ ਸੀ। KPS ਗਿੱਲ ਨੂੰ ਵੀ ਉਡਾਉਣ ਦੀ ਸਕੀਮ ਸੀ ਉਹਨਾਂ ਦੀ, ਪਰ ਉਹ ਬਚ ਗਿਆ ਸੀ। ਜਨਰਲ ਵੈਦਿਆ ਨੇ ਅਟੈਕ ਕੀਤਾ ਸੀ, ਜਨਰਲ ਵੈਦਿਆ ਨੂੰ ਵੀ ਉਹਨੇ ਕੀਤਾ। ਤਾਂ ਇਹ ਜਿਹੜੇ ਕਈ ਲੋਕ ਕਹਿੰਦੇ ਆ ਵੀ ਜੀ ਉਹ ਉਹਨਾਂ ਨੂੰ ਐਂ ਕੀਤਾ ਜਾਂ ਐਂ ਕੀਤਾ, ਦੇਖੋ ਇਹ ਸਿੱਖ ਇਤਿਹਾਸ ਹੈਗਾ ਵੀ ਇਹ ਜ਼ਾਲਮ ਨੂੰ ਮਾਰਨਾ ਹੈ। ਇਹਨਾਂ ਨੇ ਬਹੁਤ ਕੋਸ਼ਿਸ਼ ਕੀਤੀ ਉਹਨੂੰ ਹਿੰਦੂ ਸਿੱਖ ਮਸਲਾ ਬਣਾਉਣ ਦੀ। ਜਿਹੜੇ ਬਾਅਦ ਵਿੱਚ ਜਦੋਂ ਪੁਲਿਸ ਕੈਟ ਵਾੜੇ ਆ ਉਦੋਂ ਇਹ ਕਾਮਯਾਬ ਵੀ ਹੋਏ ਉਹਨੂੰ ਬਣਾਉਣ ਵਿੱਚ, ਜਦੋਂ ਇਹ ਮਤਲਬ ਬੇਦੋਸ਼ੇ ਲੋਕਾਂ ਨੂੰ ਮਾਰਨਾ ਸ਼ੁਰੂ ਕੀਤਾ। ਤਾਂ ਉਦੋਂ ਵੀ ਅਸੀਂ ਜਦੋਂ ਉਹ ਕਹਿੰਦੇ ਸੀ ਵੀ ਜੀ ਬੱਸ 'ਚੋਂ ਕੱਢ ਕੇ ਮਾਰਤੇ, ਤਾਂ ਅਸੀਂ ਉਹਨਾਂ ਨੂੰ ਕਿਹਾ ਵੀ ਤੁਸੀਂ ਇਹ ਖਬਰ ਆਏ ਕਿਵੇਂ ਲਾਉਂਦੇ ਹੋ ਵੀ ਹਿੰਦੂ ਮਾਰਤੇ? ਤੁਹਾਡੇ ਕਿਸੇ ਮੱਥੇ ਤੇ ਲਿਖਿਆ ਵੀ ਉਹ ਹਿੰਦੂ ਹੈ? ਕਹਿੰਦੇ ਵੀ ਜੀ ਵਾਲ ਕੱਟੇ ਵੇ ਸੀ। ਮੈਂ ਕਿਹਾ ਵਾਲ ਤਾਂ ਇੱਥੇ 50% ਪਰਿਵਾਰ ਸਿੱਖਾਂ ਦੇ ਜਿਨ੍ਹਾਂ ਦੇ ਮੁੰਡਿਆਂ ਦੇ ਵਾਲ ਕੱਟੇ ਵੇ। ਤੁਸੀਂ ਇਹ ਲਿਖੋ ਵੀ ਬੇਦੋਸ਼ੇ ਮਾਰੇ ਗਏ, ਬੇਦੋਸ਼ਿਆਂ ਨੂੰ ਉਹਨਾਂ ਨੇ ਮਾਰਿਆ। ਤੇ ਉਦੋਂ ਜੇ ਗਵਰਨਰ ਰਾਜ ਲੱਗਿਆ ਹੋਇਆ ਸੀ ਤੇ ਇਹਦਾ ਮਤਲਬ ਕੇਂਦਰ ਸਰਕਾਰ ਦੀ ਜ਼ਿੰਮੇਵਾਰੀ ਸੀ ਉਸ ਨੂੰ ਰੋਕਣ ਦੀ, ਤੇ ਕੇਂਦਰ ਸਰਕਾਰ ਨੇ ਨਹੀਂ ਰੋਕਿਆ। ਤਾਂ ਰੋਕਿਆ ਕੀ ਨਹੀਂ, ਹੁਣ ਤਾਂ ਬਾਅਦ ਤਾਂ ਪਤਾ ਲੱਗ ਗਿਆ ਵੀ ਉਹਨਾਂ ਨੇ ਆਪ ਕਰਵਾਇਆ ਹੈ। ਉਹਨਾਂ ਨੇ ਬਲੈਕ ਕੈਟਸ ਵਾੜੇ ਵਿੱਚ ਤੇ ਉਹ ਕਰਵਾਇਆ। ਹੁਣ ਵੀ ਅਜੇ ਵੀ ਕਈ ਲੋਕ ਕਹਿੰਦੇ ਵੀ ਉਹਨਾਂ ਦਾ ਹਿਸਾਬ ਦਿਓ। ਅਸੀਂ ਕਿਹਾ ਵੀ ਠੀਕ ਹੈ, ਹਿਸਾਬ ਲੈਣਾ ਚਾਹੀਦਾ ਉਹਨਾਂ ਦਾ, ਪਰ ਉਹ ਹਿਸਾਬ ਅਸੀਂ ਸਰਕਾਰ ਤੋਂ ਲੈਣਾ ਨਾ। ਜਿਨ੍ਹਾਂ ਨੇ ਜੁਝਾਰੂਆਂ ਵਿੱਚੋਂ ਜਿਨ੍ਹਾਂ ਨੇ ਕੀਤਾ ਉਹਨਾਂ ਨੂੰ ਤਾਂ ਉਹਨਾਂ ਨੇ ਮਾਰਤਾ ਜਾਂ ਉਹਨਾਂ ਨੇ ਜੇਲ੍ਹਾਂ 'ਚ ਪਾਤਾ, ਤਾਂ ਉਹਨਾਂ ਦਾ ਤਾਂ ਹਿਸਾਬ ਹੋ ਗਿਆ। ਜਿਹੜੇ ਬੱਸਾਂ 'ਚੋਂ ਕੱਢ ਕੇ ਕੈਟਾਂ ਨੇ ਮਾਰੇ ਉਹਦਾ ਹਿਸਾਬ ਕੌਣ ਦਊਗਾ? ਉਹਦਾ ਹਿਸਾਬ ਤਾਂ ਸਰਕਾਰ ਦਊਗੀ ਨਾ। ਤੇ ਜੇ ਉਹ ਸਰਕਾਰ ਉਹਦਾ ਹਿਸਾਬ ਨਹੀਂ ਦਿੰਦੀ ਤੇ ਫਿਰ ਉਹ ਕਿਵੇਂ ਉਮੀਦ ਕਰਦੇ ਆ ਵੀ ਇਹ ਸਾਰਾ ਕੁਛ ਆ ਜਿਹੜਾ ਉਹ ਮਤਲਬ ਲੋਕ ਭੁੱਲ ਜਾਣ? ਹਾਂ, ਜਿਵੇਂ ਕਾਫੀ ਲੋਕ ਕਹਿ ਦਿੰਦੇ ਅਜੇ ਵੀ ਭੁੱਲ ਜਾਓ। ਕਹਿਣਾ ਸੌਖਾ ਹੈ, ਜਿਨ੍ਹਾਂ ਤੇ ਬੀਤੀ ਹੈ, ਜਿਨ੍ਹਾਂ ਨੇ ਹੰਡਾਇਆ, ਉਹਨਾਂ ਨੂੰ ਪੁੱਛ ਕੇ ਦੇਖਣ ਵਾਲਾ ਹੁੰਦਾ ਵੀ ਉਹਨਾਂ ਨੇ ਕੀ ਕੁਝ ਜਿਹੜਾ ਹੋਇਆ ਉਹਨਾਂ ਤੇ ਉਹ ਕਿਵੇਂ ਭੁੱਲ ਸਕਦੇ। ਅੱਛਾ, ਇੱਕ ਗੱਲ ਹੋਰ, ਤੁਸੀਂ ਅੱਜ ਦੇ ਹਾਲਾਤਾਂ 'ਚ ਤੇ ਉਸ ਸਮੇਂ ਦੇ ਤੁਸੀਂ 1999 ਤੋਂ 84 ਤੋਂ ਲੈ ਕੇ 99 ਤੱਕ ਦੀਆਂ ਗੱਲਾਂ ਕਰ ਰਹੇ ਹੋ। ਤੁਸੀਂ ਵੀ ਤੁਹਾਡੇ ਤੇ ਵੀ ਉਹ ਉਦੋਂ ਕੰਮ ਕਰਨਾ ਬੜਾ ਔਖਾ ਹੁੰਦਾ ਹੋਊ, ਕਿਉਂਕਿ ਅੱਜ ਕੱਲ੍ਹ ਤਾਂ ਸੋਸ਼ਲ ਮੀਡੀਆ ਜਾਂਦੇ ਆ, ਸਾਡਾ ਪਤਾ ਲੱਗ ਜਾਂਦਾ ਕੁਛ। ਉਦੋਂ ਤਾਂ ਤੁਹਾਡੇ ਤੇ ਵੀ ਆ ਸਕਦਾ ਐਕਸ਼ਨ ਹੋ ਸਕਦਾ ਵੀ ਤੁਹਾਨੂੰ ਵੀ ਇਹ ਦੇਖ ਕੇ ਵੀ ਇਹ ਤਾਂ ਜੀ ਖਾੜਕੂਆਂ ਨਾਲ ਦੀਆਂ ਜਾਂ ਖਾੜਕੂ ਜਿਹੜੇ ਲਹਿਰ ਦੇ ਬੰਦੇ ਉਹ ਸਮਝ ਸਕਦੇ ਹੁਣ ਕਿ ਪਤਾ ਨਹੀਂ ਕਿਹੜੀ ਜਾਂਚ ਕਰ ਰਹੀਆਂ ਪੁਲਿਸ ਵੱਲੋਂ। ਬੜਾ ਮੁਸ਼ਕਿਲ ਨਾਲ ਕੀਤਾ ਉਹ ਸਭ ਕੁਝ। ਇਹ ਸਾਨੂੰ ਪੂਰਾ ਰਿਸਕ ਸੀ। ਜਦੋਂ ਅਸੀਂ ਗਏ ਆ ਸਾਨੂੰ ਦੋਵੇਂ ਪਾਸਿਓਂ ਡਰ ਸੀ ਵੀ ਸਾਨੂੰ ਪੁਲਿਸ ਵੀ ਗੋਲੀ ਮਾਰ ਸਕਦੀ ਹੈ, ਸਾਨੂੰ ਖਾੜਕੂ ਸਰਕਾਰੀ ਔਰਤਾਂ ਸਮਝ ਕੇ ਉਹ ਵੀ ਗੋਲੀ ਮਾਰ ਸਕਦੇ ਆ। ਇਸੇ ਕਰਕੇ ਅਸੀਂ ਰਾਹਦਾਰੀ ਲੈ ਕੇ ਗਏ ਵੀ ਜਿਵੇਂ ਅਸੀਂ ਉਹੀ ਸਰਪੰਚਾਂ ਦਾ ਧੰਨਵਾਦ ਕਰਦੇ ਉਹਨਾਂ ਪਿੰਡਾਂ ਦਿਆਂ ਦਾ। ਮੈਨੂੰ ਨਾਮ ਵੀ ਨਹੀਂ ਯਾਦ ਉਹਨਾਂ ਦੇ, ਪਰ ਜੇ ਕੋਈ ਸੁਣ ਰਿਹਾ ਹੋਵੇ ਤਾਂ ਅਸੀਂ ਯਾਦ ਕਰੋ ਵੀ ਅਸੀਂ 1988 ਦੇ ਵਿੱਚ 2 ਕੁੜੀਆਂ ਸਕੂਟਰ 'ਤੇ ਆਈਆਂ ਸੀ, ਉਹਨਾਂ ਪਿੰਡਾਂ ਵਿੱਚੋਂ ਦੀ ਲੰਘੀਆਂ ਸੀ ਤੇ ਤੁਸੀਂ ਸਾਨੂੰ ਕੋਆਪਰੇਸ਼ਨ ਦਿੱਤੀ ਸੀ ਵੀ ਆਹ ਘਰ ਹੈ, ਇੱਥੇ ਘਰ ਹੈ। ਤੇ ਇੱਕ ਪਿੰਡ ਤੋਂ ਦੂਜੇ ਪਿੰਡ ਵਿੱਚ ਲੰਘਾਇਆ ਸੀ ਜਿੱਥੋਂ ਵੀ, ਤਾਂ ਕਿ ਖਾੜਕੂਆਂ ਵੱਲੋਂ ਸਾਨੂੰ ਘੱਟੋ ਘੱਟ ਖਤਰਾ ਨਾ ਹੋਵੇ। ਤੇ ਬਾਅਦ ਵਿੱਚ ਫਿਰ ਉਹ ਆਏ ਵੀ ਸੀ ਸਾਡੇ ਕੋਲ, ਕੁਝ 1-2 ਮੁੰਡੇ ਕਹਿੰਦੇ ਸੀ ਵੀ ਇਹ ਤੁਸੀਂ ਹੋਰ ਛਾਪੋ, ਤੇ ਇਸ ਕਰਕੇ ਵੀ ਸਾਡੇ ਕੋਲ ਪੈਸੇ ਹੈ ਨਹੀਂ, ਫਿਰ ਉਹਨਾਂ ਨੇ 10,000 ਹੋਰ ਛਪਵਾ ਕੇ ਵੰਡੀ ਸੀ। ਹਾਂਜੀ। ਤੇ ਇਹਦੇ ਵਿੱਚ ਇੱਕ ਗੱਲ ਹੋਰ ਸੀ ਕਿ ਜਦੋਂ 31 ਮਾਰਚ ਵਾਲੀ ਸ਼ਾਮ ਨੂੰ ਅਸੀਂ ਜਲੰਧਰ ਬੱਸ ਰੇਲਵੇ ਸਟੇਸ਼ਨ ਤੋਂ ਇੱਕ ਵਫਦ ਕਿਤੇ ਬਾਹਰ ਜਾ ਰਿਹਾ ਸੀ ਮਨੁੱਖੀ ਅਧਿਕਾਰਾਂ ਦੀ ਮੀਟਿੰਗ ਵਾਸਤੇ। ਤੇ ਉਦੋਂ ਬਾਈ ਚਾਂਸ ਗੱਡੀ ਲੇਟ ਹੋ ਗਈ ਤੇ ਸਾਡੇ ਇੱਕ ਸਾਥੀ ਦੌੜਦੇ ਆਏ ਵੀ ਰੁਕ ਜਾਓ, ਤੁਸੀਂ ਗੱਡੀ ਨਹੀਂ ਚੜ੍ਹਨਾ। ਤੇ ਪੁੱਛਿਆ ਵੀ ਕੀ ਹੋ ਗਿਆ, ਤਾਂ ਕਹਿੰਦੇ ਵੀ ਜੀ ਇੰਦਰਾ ਗਾਂਧੀ ਨੂੰ ਗੋਲੀ ਲੱਗ ਗਈ। ਅੱਛਾ। ਹੈਂ ਤੇ ਖਬਰ ਆਈ ਹੈ, ਤੇ ਉਹ ਗੋਲੀ ਤਾਂ ਸੁਬਾਹ ਲੱਗੀ ਸੀ, ਪਰ ਉਦੋਂ ਤੱਕ ਜੇ ਉਹਨਾਂ ਨੇ ਖਬਰ ਲੁਕੋ ਕੇ ਰੱਖੀ ਹੋਈ ਸੀ ਤੇ ਖਬਰ ਇੰਨੀ ਜਲਦੀ ਆਉਂਦੀ ਵੀ ਨਹੀਂ ਸੀ ਉਦੋਂ। ਤੇ ਅਸੀਂ ਤਾਂ ਸ਼ਾਮ ਨੂੰ ਖੜੇ ਸੀ ਰੇਲਵੇ ਸਟੇਸ਼ਨ 'ਤੇ, ਸ਼ਾਮ ਨੂੰ ਉਹ ਸਾਡੇ ਕੋਲ ਦੌੜੇ ਆਏ ਤੇ ਉਹਨਾਂ ਨੇ ਸ਼ੁਕਰ ਮਨਾਇਆ ਵੀ ਗੱਡੀ ਲੇਟ ਹੈ। ਤੇ ਉਹ ਲੇਟ ਗੱਡੀ ਨੇ ਉਸ ਦਿਨ ਮੈਨੂੰ ਬਚਾਤਾ, ਨਹੀਂ ਤਾਂ ਜੇ ਮੈਂ ਉਸ ਗੱਡੀ ਵਿੱਚ ਹੁੰਦੀ ਤਾਂ ਹੋ ਸਕਦਾ ਸੀ ਮੇਰਾ ਵੀ ਰੇਪ ਹੋ ਗਿਆ ਹੁੰਦਾ। ਠੀਕ ਹੈ, ਇਹੋ ਜਿਹੀਆਂ ਘਟਨਾਵਾਂ ਉਸ ਮਤਲਬ ਰੇਲ ਗੱਡੀਆਂ ਦੇ ਵਿੱਚ ਹੋਏ ਆ। ਰੇਲ ਜਿਹੜੀਆਂ ਗੱਡੀ ਉਹ ਗਈਆਂ ਇੱਥੋਂ 31 ਤੇ 1 ਨੂੰ ਦਿੱਲੀ ਗੱਡੀਆਂ ਗਈਆਂ, ਗੱਡੀਆਂ ਦੇ ਵਿੱਚ ਔਰਤਾਂ ਦੇ ਰੇਪ ਹੋਏ ਆ। ਸਿੱਖਾਂ ਨੂੰ ਚੁਣ ਕੇ ਉਹਨਾਂ ਨੇ ਕੱਢ ਕੇ ਮਾਰਿਆ, ਉਹਨਾਂ ਨੂੰ ਮਤਲਬ ਉਹਨਾਂ ਦੇ ਵਾਲ ਕੱਟਿਆ, ਉਹਨਾਂ ਦੇ ਗਲਾਂ ਵਿੱਚ ਟਾਇਰ ਪਾ ਕੇ ਸਾੜੇ ਆ ਜਿਉਂਦੇ, ਤੇ ਉੱਥੇ ਵੀ ਮਤਲਬ ਰੇਪ ਹੋਈ। ਤੇ ਜਿਹੜੀ ਉਹ ਮਤਲਬ ਬਾਅਦ ਵਿੱਚ ਤਿਲਕ ਵਿਹਾਰ ਦੇ ਵਿੱਚ ਤਾਂ ਵਿਧਵਾਵਾਂ ਦੀ ਕਲੋਨੀ ਬਣ ਗਈ ਸੀ। ਹਾਂ। ਤਾਂ ਉਹਦੇ ਵਿੱਚ ਇੱਕ ਹੋਰ ਰਿਪੋਰਟ ਸਾਡੀ ਛਪੀ ਵੀ ਹੈ ਇਹਦੇ ਵਿੱਚ।
ਉਸ ਰਿਪੋਰਟ ਦੇ ਵਿੱਚ ਯਾਨੀ ਉਹ ਜਿਹੜੀ ਤਾਂ ਬੰਦਾ ਸੀਗਾ ਮਤਲਬ ਹੈੱਡ ਆਫ ਫੈਮਿਲੀ ਉਹਨੂੰ ਤਾਂ ਮਾਰ ਹੀ ਦਿੱਤਾ ਤੇ ਮਾਂ ਸੀ ਜਿਹੜੀ ਉਹਨੂੰ ਫੜ ਕੇ ਲੈ ਗਏ ਵੀ ਇਹਦੇ ਅੱਤਵਾਦੀਆਂ ਨਾਲ ਸੰਬੰਧ ਹੈ ਤੇ ਆ ਚਾਰ ਬੱਚੀਆਂ ਜਿਹੜੀਆਂ ਇਹ ਮਤਲਬ ਬਿਲਕੁਲ ਬੇਸਹਾਰਾ ਹੋ ਗਈਆਂ ਹੈ। ਇੱਕ ਸਭ ਤੋਂ ਛੋਟੀ 9 ਜਾਂ 7 ਸਾਲ ਦੀ ਹੈ ਸ਼ਾਇਦ ਇਹ ਤੇ ਇਹ ਚਾਰ ਭੈਣਾਂ ਸੀ ਹਾਂ ਤੇ ਉਹਨਾਂ ਦਿਨਾਂ ਦੇ ਵਿੱਚ ਹੀ ਇੱਕ ਹੋਰ ਅਸੀਂ ਕੇਸ ਚੱਕਿਆ ਜਿਹੜਾ ਲੁਕੋਇਆ ਜਾ ਰਿਹਾ ਸੀ, ਕਿਸੇ ਨੇ ਨਹੀਂ ਚੱਕਿਆ। ਉਹ ਸੀ ਮੈਡਮ ਰੂਪਮ ਦਿਓਲ ਬਜਾਜ ਦਾ। ਅੱਛਾ ਜੀ। ਤਾਂ ਉਹ ਤਾਂ ਵੈਸੇ ਹੁਣ ਵੀ ਸਾਰਿਆਂ ਨੂੰ ਪਤਾ ਹੈ। ਉਹ ਕੇਸ ਤਾਂ ਪਬਲਿਕ ਹੋਇਆ, ਬਾਅਦ ਵਿੱਚ ਉਹਨਾਂ ਦੇ ਇੰਟਰਵਿਊਜ਼ ਵੀ ਆ ਗਏ, ਸੋਸ਼ਲ ਮੀਡੀਆ ਤੇ ਵੀ ਆ ਗਿਆ। ਪਰ ਉਸ ਟਾਈਮ ਤੇ ਉਹਦੇ ਤੇ ਉਹਨਾਂ ਦਾ ਕੋਈ ਸਾਥ ਨਹੀਂ ਸੀ ਦੇ ਰਿਹਾ, ਉਹ ਬਿਲਕੁਲ ਇਕੱਲੇ ਰਹਿ ਗਏ ਸੀ ਜਦ ਕਿ ਪਬਲਿਕਲੀ ਇਹ ਘਟਨਾ ਹੋਈ ਸੀ। ਤੇ ਉਹਨਾਂ ਨੇ ਉਦੋਂ ਅਸੀਂ ਆਹ ਮਤਲਬ ਲਿਖਿਆ ਸੀ ਰੂਪਮ ਦਿਓਲ ਬਜਾਜ ਦੇ ਹਾਂਜੀ ਉਹਨਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰੋ। ਤੇ ਇਹਦੇ ਵਿੱਚ ਅਸੀਂ ਮਤਲਬ ਇਹਦੇ ਤੇ ਸੰਪਾਦਕੀ ਲਿਖੀ ਸੀ ਤੇ ਉਹ ਸੰਪਾਦਕੀ ਤੋਂ ਬਾਅਦ ਅਸੀਂ ਉਹ ਮੈਗਜ਼ੀਨ ਉਹਨਾਂ ਕੋਲ ਭੇਜੀ। ਠੀਕ ਹੈ। ਤੇ ਉਹਨਾਂ ਨੇ ਕਿਹਾ ਵੀ ਮੈਂ ਮਿਲਣਾ ਚਾਹੁੰਦੀ ਹਾਂ ਡਾਕਟਰ ਜੀਵਨਜੋਤ ਨੂੰ। ਠੀਕ ਹੈ ਜੀ। ਕਿ ਪਹਿਲੀ ਵਾਰੀ ਕਿਸੇ ਨੇ ਇਸ ਗੱਲ ਨੂੰ ਇਸ ਤਰੀਕੇ ਨਾਲ ਲਿੰਕ ਕੀਤਾ। ਅਸੀਂ ਕੀ ਲਿੰਕ ਕੀਤਾ ਸੀ? ਅਸੀਂ ਇਹ ਲਿੰਕ ਕੀਤਾ ਸੀਗਾ ਵੀ ਇਹਨਾਂ ਨੂੰ ਮਸਾਂ ਇੱਕ ਸਿੱਖ ਆਫਿਸ ਚਿਹਰਾ ਮਿਲਿਆ ਜਿਹੜਾ ਕਿ ਪੰਜਾਬ ਦੇ ਵਿੱਚ ਲੋਕਾਂ ਦਾ ਘਾਣ ਕਰ ਸਕੇ ਤੇ ਇਸ ਕਰਕੇ ਇਹ ਉਹਦੇ ਤੇ FIR ਦਰਜ ਨਹੀਂ ਹੋਣ ਦੇਣਗੇ। IAS ਅਫਸਰ ਸੇਫ ਨਹੀਂ, ਆਮ ਔਰਤਾਂ ਦਾ ਜਾਂ ਆਮ ਜਿਹੜੇ ਮੁਲਾਜ਼ਮਾਂ ਛੋਟੀਆਂ ਉਹਨਾਂ ਦਾ ਕੀ? ਨਾਲੇ ਉਹ ਵੀ ਸੇਫ ਕੀ, ਸਭ ਤੋਂ ਵੱਡਾ ਪੁਲਿਸ ਦਾ ਆਫਿਸਰ ਉਹਨੂੰ ਛੇੜ ਰਿਹਾ ਹੈ। ਅੱਛਾ, ਫਿਰ ਉਸ ਤੋਂ ਬਾਅਦ ਇਹਦੇ ਤੇ ਅਸੀਂ ਇਹਨਾਂ ਦੀ ਇੰਟਰਵਿਊ ਵੀ ਲੈ ਕੇ ਛਾਪੀ। ਇਹਨਾਂ ਨੂੰ ਬਾਅਦ ਵਿੱਚ ਬਹੁਤ ਤੰਗ ਕੀਤਾ ਉਹਨਾਂ ਨੇ ਇਸ ਕੇਸ ਲੜਨ ਪਿੱਛੇ। ਉਹਨਾਂ ਦੇ ਬੱਚੇ ਨੂੰ ਝੂਠੇ ਕੇਸਾਂ 'ਚ ਫਸਾਇਆ ਗਿਆ, ਉਹਨਾਂ ਨੂੰ ਵੀ ਪਰੇਸ਼ਾਨ ਕੀਤਾ ਗਿਆ, ਉਹਨਾਂ ਦੇ ਹਸਬੈਂਡ ਨੂੰ ਵੀ ਪਰੇਸ਼ਾਨ ਕੀਤਾ ਗਿਆ ਮਤਲਬ ਮਹਿਕਮੇ ਦੇ ਤੌਰ ਤੇ। ਤੇ ਫਿਰ ਵੀ ਇਹਨਾਂ ਨੇ ਲੋਅਰ ਅਦਾਲਤ 'ਚੋਂ ਕੇਸ ਜਿੱਤ ਲਿਆ ਤਾਂ ਇਹਨਾਂ ਨੂੰ 6 ਮਹੀਨੇ ਦੀ ਕੈਦ ਤੇ 2 ਲੱਖ ਰੁਪਏ ਜੁਰਮਾਨਾ ਹੋਇਆ। ਤਾਂ 2 ਲੱਖ ਰੁਪਇਆ ਜਿਹੜਾ ਇਹਨਾਂ ਨੇ ਲਿਆ ਤੇ ਲੈ ਕੇ ਚੈਰਿਟੀ ਦਿੱਤਾ, ਪਰ ਉਹਦੇ ਤੋਂ ਇਹ ਸਾਬਤ ਹੋ ਗਿਆ ਵੀ ਬੰਦਾ ਦੋਸ਼ੀ ਹੈ। ਬਾਅਦ ਵਿੱਚ ਉਹਨਾਂ ਨੇ ਭਾਵੇਂ ਕੇਸ ਲਮਕਾ ਲਿਆ ਸੁਪਰੀਮ ਕੋਰਟ 'ਚ ਤੇ ਉਹ ਮਰ ਗਿਆ, ਪਰ ਉਹ ਦੋਸ਼ੀ ਤਾਂ ਸਾਬਤ ਕਰਤਾ ਹੋ ਗਿਆ। ਹਾਂ, ਫਿਰ ਇਹਦੇ ਵਿੱਚ ਜਿਹੜਾ ਸੀ ਇਹ ਕੇਸ ਜਦੋਂ ਇਹ ਹੋਇਆ ਰੂਪਮ ਦਿਓਲ ਬਜਾਜ ਵਾਲਾ, ਤਾਂ ਉਦੋਂ ਖੁਸ਼ਵੰਤ ਸਿੰਘ ਜਿਹੜਾ ਕਿ ਬਹੁਤ ਮਸ਼ਹੂਰ ਪੱਤਰਕਾਰ ਹੈ ਤੇ ਆਪਦੀ ਉਹ ਕਾਲਮ ਲਿਖਦਾ ਹੁੰਦਾ ਸੀ ਸੱਚੋ ਸੱਚ, ਤਾਂ ਉਹਨੇ ਆਪਦੇ ਕਾਲਮ ਵਿੱਚ ਲਿਖਿਆ ਵੀ ਇਹ ਤਾਂ 2 ਬੰਦਿਆਂ ਦਾ ਮਸਲਾ ਹੈ ਤੇ ਇਹਦੇ ਵਿੱਚ ਕੋਈ ਕਿਵੇਂ ਕਹਿ ਸਕਦਾ ਵੀ ਕੌਣ ਗਲਤ ਹੈ ਤੇ ਕੌਣ ਸਹੀ ਹੈ। ਤੇ ਇਹ ਮਤਲਬ ਜੇ ਉਹ ਸੱਚੀ ਸੀ ਤਾਂ ਇਹ ਉਹਨੂੰ ਐਵੇਂ ਬਦਨਾਮ ਕਰਨ ਵਾਸਤੇ ਕੀਤਾ ਜਾ ਰਿਹਾ, ਤੇ ਜੇ ਉਹ ਸੱਚੀ ਸੀ ਤਾਂ ਉਹਨੇ 10-11 ਦਿਨ FIR ਕਿਉਂ ਨਹੀਂ ਦਰਜ ਕਰਾਈ? ਤਾਂ ਅਸੀਂ ਉਹਦਾ ਫਿਰ ਖੁਸ਼ਵੰਤ ਸਿੰਘ ਨੂੰ ਜਵਾਬ ਦਿੱਤਾ ਵੀ ਕਾਲਮ ਦਾ ਤੁਹਾਡਾ ਨਾਮ ਤਾਂ ਸੱਚੋ ਸੱਚ ਹੈ, ਪਰ ਤੁਸੀਂ ਵਿੱਚ ਸਾਰਾ ਕੁਝ ਝੂਠ ਲਿਖਿਆ ਹੈ। ਪਹਿਲੀ ਗੱਲ, ਇਹ ਬੰਦ ਕਮਰੇ ਵਿੱਚ ਨਹੀਂ ਹੋਈ ਘਟਨਾ ਇੱਕ ਪਬਲਿਕ ਪਾਰਟੀ ਵਿੱਚ ਹੋਈ ਹੈ। ਦੂਸਰੀ ਗੱਲ, ਉਹਨੇ ਇਮੀਡੀਏਟਲੀ ਉਦੋਂ ਉੱਥੇ ਜਿਹੜਾ ਆਫਿਸਰ ਸੀ ਕੰਸਰਨਡ ਆਫਿਸਰ ਸੀ ਉਹਨੂੰ ਨੋਟਿਸ ਵਿੱਚ ਲਿਆਂਦਾ ਉਹਦੇ, ਤੇ ਉਹਨੇ ਉੱਥੇ ਹੀ ਵਿਰੋਧ ਕੀਤਾ ਪਾਰਟੀ ਦੇ ਵਿੱਚ, ਤੇ ਕਿੰਨੇ ਲੋਕਾਂ ਨੇ ਉਹ ਵਿਰੋਧ ਵੇਖਿਆ। ਅੱਛਾ, ਤੇ ਹੋਰ ਔਰਤਾਂ ਨੇ ਉਹਨਾਂ ਨੂੰ ਦੱਸਿਆ ਵੀ ਇਹ ਸਾਡੇ ਨਾਲ ਵੀ ਅਕਸਰ ਕਰਦਾ ਹੈ ਵੀ ਅਸੀਂ ਕਦੇ ਬੋਲੀਆਂ ਨਹੀਂ, ਤੁਸੀਂ ਅੱਜ ਬੋਲਿਓ ਤਾਂ ਅਸੀਂ ਤੁਹਾਨੂੰ ਦੱਸਦੇ ਪਏ। ਤਾਂ ਖੁਸ਼ਵੰਤ ਸਿੰਘ ਇੱਕ ਮਸ਼ਹੂਰ ਪੱਤਰਕਾਰ ਸੀ ਜਿਹੜੇ ਕਾਲਮ ਲਿਖਦੇ ਹੁੰਦੇ ਸੀ ਸੱਚੋ ਸੱਚ। ਤਾਂ ਉਹਨਾਂ ਨੇ ਇਸ ਇਸ਼ੂ ਤੇ ਰੂਪਮ ਦਿਓਲ ਬਜਾਜ ਦੇ ਮਸਲੇ ਤੇ ਲਿਖਿਆ ਵੀ ਇਹ 2 ਬੰਦਿਆਂ ਦੇ ਵਿਚਕਾਰ ਬੰਦ ਕਮਰੇ ਵਿੱਚ ਹੋਈ ਘਟਨਾ ਹੈ, ਤਾਂ ਕੌਣ ਕਹਿ ਸਕਦਾ ਵੀ ਕੌਣ ਸੱਚਾ ਕੌਣ ਝੂਠਾ ਹੈ? ਤੇ ਇਹ ਜੇ ਉਹ ਸੱਚੀ ਸੀ ਤਾਂ ਉਹਨੇ 11 ਦਿਨਾਂ ਬਾਅਦ ਕੰਪਲੀਟ ਕਿਉਂ ਲਿਖਾਈ? ਤਾਂ ਅਸੀਂ ਉਹਨੂੰ ਲੈਟਰ ਲਿਖ ਕੇ ਉਹਦਾ ਜਵਾਬ ਦਿੱਤਾ ਕਿ ਇਹ ਕਾਲਮ ਦਾ ਨਾਂ ਤਾਂ ਸੱਚੋ ਸੱਚ ਹੈ, ਪਰ ਇਹ ਨਿਰਾ ਝੂਠ ਹੈ। ਵੀ ਪਹਿਲੀ ਗੱਲ ਤਾਂ ਇਹ ਘਟਨਾ ਪਬਲਿਕਲੀ ਹੋਈ ਹੈ ਤੇ ਉਹਨੇ ਉੱਥੇ ਮੌਕੇ ਤੇ ਵਿਰੋਧ ਕੀਤਾ। ਹੋਰ ਔਰਤਾਂ ਨੇ ਵੀ ਦੇਖਿਆ ਤੇ ਉਹਨਾਂ ਨੇ ਦੱਸਿਆ ਵੀ ਸਾਡੇ ਨਾਲ ਵੀ ਐਂ ਕਰਦਾ ਰਿਹਾ, ਪਰ ਅਸੀਂ ਕਦੇ ਡਰਦੀਆਂ ਬੋਲੀਆਂ ਨਹੀਂ। ਤੇ ਉਸ ਤੋਂ ਬਾਅਦ ਉਹਨੇ ਮਤਲਬ ਆਪਦੇ ਮਹਿਕਮੇ ਨੂੰ ਦਿੱਤੀ, ਮਹਿਕਮੇ ਦੇ ਵਿੱਚ ਹੋਈ ਕਾਰਵਾਈ ਤੇ ਉਹਨਾਂ ਨੇ ਉਹਨੂੰ ਬੁਲਾ ਕੇ ਆਮੋ ਸਾਹਮਣੇ ਬਿਠਾਇਆ ਤੇ ਉਹਨਾਂ ਨੂੰ ਆਫਰ ਕੀਤਾ ਵੀ ਇਹ ਬੰਦ ਕਮਰੇ ਵਿੱਚ ਤੁਹਾਡੇ ਤੋਂ ਮਾਫੀ ਮੰਗ ਲੈਂਦਾ ਤੇ ਤੁਸੀਂ FIR ਦਰਜ ਨਾ ਕਰਾਓ। ਤਾਂ ਰੂਪਮ ਦਿਓਲ ਬਜਾਜ ਨੇ ਕਿਹਾ ਕਿ ਇਹਨੇ ਮੇਰੇ ਨਾਲ ਪਬਲਿਕਲੀ ਘਟਨਾ ਕੀਤੀ ਹੈ, ਇਹ ਪਬਲਿਕਲੀ ਮਾਫੀ ਮੰਗ ਲੇ ਤਾਂ ਮੈਂ FIR ਛੱਡ ਦੂੰਗੀ। ਪਰ ਜਦੋਂ ਉਹ ਨਹੀਂ ਮੰਨੇ ਪਬਲਿਕਲੀ ਮਾਫੀ ਵਾਸਤੇ, ਤਾਂ ਉਹਨੇ ਫਿਰ ਦੁਬਾਰਾ ਸੀਨੀਅਰ ਆਫੀਸਰ ਨੂੰ ਦਿੱਤੀ ਕੰਪਲੇਂਟ, ਤਾਂ ਉੱਥੇ ਵੀ ਜਦੋਂ ਕੋਈ ਕਾਰਵਾਈ ਨਹੀਂ ਹੋਈ ਤਾਂ ਉਹਨੇ FIR ਦਰਜ ਕਰਾਤੀ। ਤਾਂ ਉਹਨਾਂ ਨੇ ਉਹਦੀ FIR ਨੂੰ ਫਰੀਜ਼ ਕਰਤਾ।
ਫਿਰ ਉਹਨੇ ਕੋਰਟ ਵਿੱਚ ਗਈ, ਫਿਰ ਉਹ ਕੋਰਟ ਦੇ ਰਾਹੀਂ FIR ਦਰਜ ਹੋਈ। ਤਾਂ ਇਹ ਹੁਣ ਸਾਰੀਆਂ ਗੱਲਾਂ ਰਿਕਾਰਡ ਤੇ ਪਈਆਂ ਤੇ ਖੁਸ਼ਵੰਤ ਸਿੰਘ ਨੇ ਇਹਦੇ ਬਾਰੇ ਝੂਠ ਲਿਖਿਆ ਸੀ ਹੈ। ਵੈਸੇ ਬਹੁਤ ਉਹਦਾ ਉੱਚਾ ਕੱਦ ਹੈ, ਪਰ ਅਸੀਂ ਉਹਨੂੰ ਚੈਲੰਜ ਕੀਤਾ ਸੀ। ਹਾਂ, ਤਾਂ ਮਤਲਬ ਉਹ ਕੁੱਲ ਮਿਲਾ ਕੇ ਉਦੋਂ ਜਿਹੜਾ ਕਿ ਔਰਤਾਂ ਦੇ ਨਾਲ ਬੜਾ IAS ਲੈਵਲ ਤੱਕ ਵੀ ਜਿਹੜਾ ਉਸ ਸਮੇਂ ਦੀ ਜਿਹੜੀ ਪੁਲਿਸ ਸੀ ਉਹ ਧੱਕੇਸ਼ਾਹੀ ਕਰਦੀ ਸੀ। ਹਾਂਜੀ। ਤਾਂ ਇਹਦੇ ਵਿੱਚ ਜਿਹੜਾ ਇਹ ਮਤਲਬ ਮਸਲਾ ਹੈ ਨਾ, ਇਹ ਮਸਲਾ ਨੂੰ ਅੱਜ ਵੀ ਜਿਹੜੇ ਬੰਦੇ ਕਹਿੰਦੇ ਵੀ ਜੀ ਹਿੰਦੂ ਸਿੱਖ ਦਾ ਮਸਲਾ ਜਾਂ ਹੁਣ ਬਣਾਉਣੀ ਚਾਹੁੰਦੇ ਆ, ਉਹਨਾਂ ਨੂੰ ਐਂ ਸਮਝਣਾ ਚਾਹੀਦਾ ਹੈ ਵੀ ਸਦੀਆਂ ਤੋਂ ਸਾਡੇ ਇਸ ਖਿੱਤੇ ਦੇ ਵਿੱਚ ਲੋਕ ਹੈ ਜਿਹੜੇ ਵੱਖ-ਵੱਖ ਵਿਚਾਰਾਂ ਦੇ ਰਹਿੰਦੇ ਆਏ ਆ। ਤੇ ਉਦੋਂ ਫਿਰਕਾ ਪ੍ਰਸਤੀ ਕਿਉਂ ਨਹੀਂ ਸੀ ਹੁੰਦੀ? ਫਿਰਕਾ ਪ੍ਰਸਤੀ ਉਦੋਂ ਹੁੰਦੀ ਹੈ ਜਦੋਂ ਸਰਕਾਰ ਵਿੱਚ ਵੜਦੀ ਹੈ, ਜਦੋਂ ਪੋਲੀਟੀਸ਼ੀਅਨ ਵਿੱਚ ਵੜਦੇ ਆ। ਜਿੰਨੀ ਦੇਰ ਤੱਕ ਸਰਕਾਰ ਤੇ ਪੋਲੀਟੀਸ਼ੀਅਨ ਵਿੱਚ ਨਹੀਂ ਵੜਦੇ, ਲੋਕ ਕਦੇ ਵੀ ਐਂ ਨਹੀਂ ਕਰਦੇ। ਉਹ ਮਾੜਾ ਮੋਟਾ ਕਿਸੇ ਦਾ ਝਗੜਾ ਹੋ ਜੇ ਪਰ ਐਂ ਕਦੇ ਦੰਗੇ ਫਸਾਦ ਕੁੱਟਮਾਰ ਕਤਲ ਨਹੀਂ ਹੁੰਦੇ। ਉਹ ਉਦੋਂ ਹੁੰਦੇ ਆ ਜਦੋਂ ਸਰਕਾਰ ਵਿੱਚ ਵੜਦੀ ਹੈ। ਤੇ ਇਸ ਗੱਲ ਨੂੰ ਲੋਕਾਂ ਨੂੰ ਸਮਝ ਲੈਣਾ ਚਾਹੀਦਾ। ਤੇ ਅੱਜ ਵੀ ਜਿਹੜੇ ਲੋਕ ਫਿਰਕਾ ਪ੍ਰਸਤੀ ਫੈਲਾਉਂਦੇ ਫਿਰਦੇ ਆ ਹੈ, ਜਿਵੇਂ ਆ ਹੁਣ ਸ਼ਿਵ ਸੈਨਾ ਵਾਲਿਆਂ ਨੇ ਕੀਤਾ ਹੋਇਆ ਸੀ, ਤਾਂ ਉਹ ਬਾਲ ਠਾਕਰੇ ਦੇ ਉੱਥੋਂ ਆਏ ਹੈ ਤੇ ਉਹਨਾਂ ਨੇ ਆ ਕੇ ਕਿਹਾ ਵੀ ਅਸੀਂ ਮਤਲਬ ਇਹ ਜਾਂਚ ਕਰਨ ਆਏ ਹਾਂ ਵੀ ਕੁਝ ਲੋਕਾਂ ਨੇ ਦੋਸ਼ ਲਾਏ ਹੈ ਵੀ ਇੱਥੇ ਜਿਹੜੀ ਸ਼ਿਵ ਸੈਨਾ ਵਾਲੇ ਲੋਕ ਹੈ ਉਹ ਕੀ ਕਹਿੰਦੇ ਆ ਪ੍ਰੋਟੈਕਸ਼ਨ ਲੈਣ ਵਾਸਤੇ ਵੀ ਇਹ ਕੁਛ ਕਰਦੇ ਆ ਹੈ। ਤਾਂ ਹੁਣ ਤਾਂ ਗੱਲ ਉਹ ਨਿਕਲ ਕੇ ਮਹਾਰਾਸ਼ਟਰ ਤੱਕ ਪਹੁੰਚ ਗਈ, ਸੋਸ਼ਲ ਮੀਡੀਆ ਹੈਗਾ। ਤੇ ਪਹਿਲਾਂ ਕਿਹਨੇ ਪਹੁੰਚਣੀ ਸੀ? ਪਹਿਲਾਂ ਤਾਂ ਝੂਠ ਹੀ ਝੂਠ ਸੀ ਹਵਾ 'ਚ, ਪਰ ਸੱਚ ਫਿਰ ਬਾਹਰ ਆਈ ਜਾਂਦਾ। ਬਾਬਾ ਨਾਨਕ ਨੇ ਵੀ ਕਿਹਾ ਕੂੜ ਨਹੀਂ ਖੱਟੇ ਨਾਨਕਾ ਓੜਕ ਸੱਚ ਰਹੀ। ਸ਼ੁਕਰੀਆ। ਤਾਂ ਗੱਲਬਾਤ ਕੀਤੀ ਅਸੀਂ ਮੈਡਮ ਜੀਵਨਜੋਤ ਕੌਰ ਜੀ ਨਾਲ। 1984 ਤੋਂ ਪਹਿਲਾਂ ਵੀ ਇਹਨਾਂ ਨੇ ਦੱਸਿਆ ਕਿ ਔਰਤਾਂ ਦੇ ਹਾਲਾਤਾਂ ਦੇ ਵਿੱਚ ਤਬਦੀਲੀ ਆਈ ਸੀ। ਕਿਸ ਤਰੀਕੇ ਦੇ ਨਾਲ ਜਦੋਂ ਸਰਕਾਰ ਦੇ ਜਿਹੜੇ ਬਰਾਬਰੀ ਪੈਰਲਰ ਇੱਕ ਸਰਕਾਰ ਚੱਲ ਰਹੀ ਸੀ ਸੰਤ ਭਿੰਡਰਾਂ ਵਾਲਿਆਂ ਵੱਲੋਂ, ਤਾਂ ਉਹਨਾਂ ਵੱਲੋਂ ਔਰਤਾਂ ਨੂੰ ਇੱਜ਼ਤ ਬਹਾਲ ਕਰਨ ਦੇ ਲਈ, ਔਰਤਾਂ ਦੇ ਹੱਕ ਦਿਵਾਉਣ ਦੇ ਲਈ ਬੜੀ ਵੱਡੀ ਪੱਧਰ ਦੇ ਉੱਤੇ ਮੁਹਿੰਮ ਛੇੜੀ ਗਈ ਸੀ ਜੋ ਬੜੀ ਕਾਮਯਾਬ ਸੀ। ਅਤੇ ਜਦੋਂ ਹੀ 84 ਦੀ ਘਟਨਾ ਹੁੰਦੀ ਹੈ, ਦਰਬਾਰ ਸਾਹਿਬ 'ਤੇ ਹਮਲਾ ਹੁੰਦਾ ਹੈ, ਤਾਂ ਉਸ ਤੋਂ ਬਾਅਦ ਪੁਲਿਸ ਵੱਲੋਂ ਅਣਮਨੁੱਖੀ ਤਸ਼ੱਦਦ ਢਾਹ ਕੇ ਔਰਤਾਂ ਦੇ ਉੱਪਰ ਅਜਿਹੇ ਜ਼ੁਲਮ ਕੀਤੇ ਜਾਂਦੇ ਆ ਜਿਨ੍ਹਾਂ ਨੂੰ ਉਹ ਬਿਆਨ ਕਰਦੇ ਖੁਦ ਰੋ ਪਏ। ਇਹਨਾਂ ਨੇ ਅੱਖੀਂ ਦੇਖਿਆ ਸਭ ਕੁਝ, ਉਹ ਮੰਜ਼ਰ ਜਾ ਕੇ ਰਿਪੋਰਟ ਕੀਤੀ ਆ। ਉਸ ਸਮੇਂ ਇਹਨਾਂ ਨੇ ਦੱਸਿਆ ਕਿ ਇੰਨਾ ਸੋਸ਼ਲ ਮੀਡੀਆ ਇੰਨਾ ਪ੍ਰਬੰਧ ਨਹੀਂ ਸੀ, ਤਾਂ ਕਰਕੇ ਜਿਹੜੀਆਂ ਬਹੁਤੀਆਂ ਗੱਲਾਂ ਸੀ ਦੱਬੀਆਂ ਰਹਿ ਜਾਂਦੀਆਂ ਸੀ। ਪਰ ਸਲਾਮ ਹੈ, ਇਹਨਾਂ ਨੇ ਅੱਜ ਵੀ ਕਿਹਾ ਕਿ ਉਹਨਾਂ ਔਰਤਾਂ ਨੂੰ, ਉਹਨਾਂ ਯੋਧਿਆਂ ਨੂੰ ਜੋ ਸਭ ਕੁਝ ਬਰਦਾਸ਼ਤ ਕਰਨ ਦੇ ਬਾਵਜੂਦ ਵੀ ਆਪਣੀ ਜਿਹੜੀ ਆ ਉਸ ਸਮੇਂ ਦੀ ਜਿਹੜੀ ਜੰਗ ਆ ਉਹ ਜਾਰੀ ਰੱਖੀ। ਤੇ ਨਾਲ ਹੀ ਉਹਨਾਂ ਕਿਹਾ ਕਿ ਉਸ ਸਮੇਂ ਦੀ ਪੁਲਿਸ ਇੰਨੇ ਵੱਡੇ ਪੱਧਰ ਦੇ ਉੱਤੇ ਆਫਰੀ ਹੋਈ ਸੀ ਕਿ ਉਸ ਸਮੇਂ ਉਹਨਾਂ IAS ਅਫਸਰਾਂ ਤੱਕ ਨੂੰ ਵੀ ਛੇੜਖਾਨੀ ਕਰਨ ਤੋਂ ਪਰਹੇਜ਼ ਨਹੀਂ ਕੀਤਾ। ਕੈਮਰਾ ਪਰਸਨ ਹਿਮਤਾਜ ਢੱਲਾ ਦੇ ਨਾਲ ਮਨਿੰਦਰਜੀਤ ਸਿੱਧੂ, ਲੋਕਵਾਈ TV, ਫਰੀਦਕੋਟ।